ਅੱਜ ਆਪਾਂ 11ਵੀਂ ਜਿਹੜੀ ਹੈਗੀ ਆ, ਮੇਰੇ ਖਿਆਲ 11ਵੀਂ, ਇੱਕ ਸੈਕਿੰਡ ਜੀ, 12ਵੀਂ ਪੌੜੀ ਲੈਣੀ ਹੈ ਜੀ, ਜਿਹੜੀ ਵਾਰ ਆਪਣੇ ਰਾਮਕਲੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਵਾਰ ਆ। ਉਹਦੀ 12ਵੀਂ ਪੌੜੀ ਅੰਗ ਜਿਹੜੇ ਹੈਗੇ 952 952 ਅੰਗ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ। ਮਹਾਰਾਜ ਮਿਹਰ ਕਰਨ। ਸ਼ਲੋਕ ਮਹਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਸਤ ਕਹਿੰਦੇ ਆ ਉਹ ਮਾਲਕ ਪਰਮਾਤਮਾ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਆ, ਉਹ ਸੱਚਾ ਆਚਰਣ ਜਿਹੜਾ ਹੈਗਾ, ਜਿਹਦੇ ਨਾਲ ਕਿ ਇਹ ਗੇਮ ਜਿੱਤੀ ਜਾ ਸਕੇ। ਕਹਿੰਦੇ ਉਹ ਦੁੱਖ ਸਹਿਣ ਦੇ ਨਾਲ ਜਿਹੜਾ ਹੈਗਾ, ਜੇ ਸਰੀਰ ਨੂੰ ਦੁਖੀ ਕਰੀਏ ਤੇ ਉਹ ਸੱਤ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ। ਨਾ ਸਤ ਸੁਖੀਆ, ਜੇ ਸੁਖੀ ਸੁਖ ਦੇ ਵਿੱਚ ਹੀ ਰਹੀਏ ਤੇ ਤਾਂ ਹੋਣੀ ਨਹੀਂ ਹੈ, ਤਾਂ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਤੁਰਨਾ ਹੀ ਨਹੀਂ ਹੈਗਾ। ਨਾ ਸਤ ਪਾਣੀ ਜੰਤ ਫਿਰੈ, ਨਾ ਜਿਹੜਾ ਹੈਗਾ ਨਹਾਉਣ ਧੋਣ ਦੇ ਨਾਲ ਪਾਏ ਇਹ ਸੱਤ ਦੀ ਪ੍ਰਾਪਤੀ ਹੁੰਦੀ ਹੈ। ਨਾ ਦੁੱਖ ਸਹਿਣ ਦੇ ਨਾਲ ਸਰੀਰ ਨੂੰ, ਨਾ ਜਿਹੜਾ ਹੈਗਾ ਸੁੱਖਾਂ ਦੇ ਵਿੱਚ, ਤੇ ਨਾ ਹੀ ਜਿਹੜਾ ਹੈਗਾ ਨਹਾਉਣ ਧੋਣ ਦੇ ਨਾਲ ਜਿਹੜਾ ਹੈਗਾ ਸੱਤ ਦੀ ਪ੍ਰਾਪਤੀ ਹੁੰਦੀ ਹੈ। ਇਹ ਸੁੱਚਮ ਨਹੀਂ ਆਉਂਦੀ। ਇਹ ਅੰਦਰ ਜਿਹੜਾ ਹੈਗਾ, ਆਪਣੇ ਅੰਦਰ ਜਿਹੜਾ ਹੈਗਾ, ਇਹ ਸਰੀਰ ਜਿਹੜਾ ਹੈਗਾ, ਇਹ ਸਰੀਰ ਦੇ ਨਾਲ ਜਿਹੜੇ ਸਵਾਦਾਂ ਦੇ ਵਿੱਚ ਜਿਹੜੇ ਆਪਾਂ ਸਵਾਦਾਂ ਦੇ ਵਿੱਚ ਜਿਹੜੇ ਆਪਾਂ ਹਰ ਟਾਈਮ ਜਿਹੜੇ ਹੈਗੇ ਸਵਾਦਾਂ ਦੇ ਵਿੱਚ ਆਪਾਂ ਜਿਹੜੇ ਹੈਗੇ ਆ, ਇਹਦੇ ਵਿੱਚ ਗਲਤਾਨ ਰਹਿੰਦੇ ਆ। ਇਹ ਨਹੀਂ ਛੁੱਟ ਸਕਦੇ ਇਹਨਾਂ ਤਰੀਕਿਆਂ ਦੇ ਨਾਲ। ਇਹ ਨਹੀਂ ਹੁੰਦਾ। ਔਰ ਇਹ ਸਵਾਦ ਹੀ ਪਾਏ ਹੋਏ ਮਾਲਕ ਨੇ, ਆਹੀ ਖੇਡ ਪਾਈ ਹੋਈ ਆ। ਸਰੀਰ ਜਿਹੜਾ ਹੈਗਾ, ਇਹ ਸਰੀਰ ਦੀ ਪਕੜ ਹੈ ਆਪਣੇ ਮਨ ਦੇ ਉੱਤੇ। ਸਰੀਰਿਕ ਭੋਗ ਜਿਹੜੇ ਹੈਗੇ ਉਹ ਮਨ ਨੂੰ ਉਹਦਾ ਸਵਾਦ ਆਉਂਦਾ ਹੈ, ਇਸ ਕਰਕੇ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਛੱਡ ਪਾਉਂਦਾ। ਇਹ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਕਿ ਇਹਨਾਂ ਤਰੀਕਿਆਂ ਦੇ ਨਾਲ ਇਹ ਬਾਹਰੀ ਜਿਹੜੇ ਹੈਗੇ ਇਹ ਕਰਮ ਕਾਂਡ, ਇਹਨਾਂ ਦੇ ਨਾਲ ਜਿਹੜਾ ਹੈਗਾ ਇਹ ਮਨ ਵਿਸ਼ੇ ਵਿਕਾਰਾਂ ਤੋਂ ਨਹੀਂ ਹਟਦਾ। ਔਰ ਨਾ ਹੀ ਜਿਹੜਾ ਹੈਗਾ ਇਹ ਸੰਸਕਾਰ ਜਿਹੜੇ ਪਏ ਹੋਏ ਆ ਇਹ ਜਾਂਦੇ ਆ ਭਾਈ। ਇੱਕ ਵਾਰੀ ਦੇਖੋ, ਕੋਈ ਵੀ ਕੰਮ ਜਿਹੜਾ ਹੈਗਾ, ਕੋਈ ਵੀ ਨਵੀਂ ਚੀਜ਼ ਜਾਂ ਨਵਾਂ ਭੋਗ ਹੈਗਾ, ਆਪਾਂ ਇੱਕ ਵਾਰੀ ਕਰ ਲਓ, ਫਿਰ ਮਨ ਜਿਹੜਾ ਹੈਗਾ ਦੂਸਰੀ ਵਾਰੀ ਵੀ ਕਹੇਗਾ, ਤੀਸਰੀ ਵਾਰੀ ਵੀ ਕਹੇਗਾ। ਇਸ ਤਰ੍ਹਾਂ ਫਿਰ ਸੰਸਕਾਰ ਬਣ ਜਾਂਦੇ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਪਾਣੀ ਦੇ ਵਿੱਚ ਕਿੰਨੇ ਹੀ ਜੰਤ ਤਾਂ ਫਿਰ ਰਹੇ ਭਾਈ। ਇਹ ਤਾਂ ਸਾਰੇ ਫਿਰ ਪਵਿੱਤਰ ਹੋਣੇ ਚਾਹੀਦੇ, ਪਿਓਰ ਬਿਲਕੁਲ। ਇਹ ਤਾਂ ਰੱਬ ਦੇ ਕੋਲ, ਇਹਨਾਂ ਨੇ ਤਾਂ ਰੱਬ ਪਾਉਣਾ ਚਾਹੀਦਾ। ਆਪਾਂ ਕਿਉਂ ਨਹੀਂ ਇਸ ਗੱਲ ਨੂੰ ਸਮਝ ਪਾ ਰਹੇ। ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ। ਕਹਿੰਦੇ ਨਾ ਹੀ ਇਹ ਸੱਚਾ ਆਚਰਣ ਜਿਹੜਾ ਹੈਗਾ, ਮਨ ਜਿਹੜਾ ਹੈਗਾ ਇਹ ਬਾਲ ਜਿਹੜੇ ਮੁਨਾ ਦਿਓ, ਮੂੰਡ ਨੂੰ ਸਫਾ ਚੱਟ ਜਿਹੜਾ ਹੈਗਾ ਟਿੰਡ ਕੱਢ ਲਓ। ਨਾ ਸਤ ਮੂੰਡ ਮੁੰਡਾਈ ਕੇਸੀ, ਭਾਵੇਂ ਜਿਹੜੇ ਹੈਗੇ ਇੱਥੇ ਕਹਿੰਦੇ ਜੀ ਕੇਸ ਮੁੰਡਾ ਦਿਓ। ਇਹ ਵਾਹ ਜੀ ਵਾਹ, ਇਕੱਠੇ ਕਰਤੇ ਇਹਨਾਂ ਨੇ। ਨਹੀਂ ਪਾਏ, ਨਹੀਂ।
ਕੇਸ ਰੱਖਣ ਦੇ ਨਾਲ ਵੀ ਜਿਹੜਾ ਹੈਗਾ, ਇਕੱਲੇ ਕੇਸ ਰੱਖਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਪਤਲੀ ਗਲੀ ਤੋਂ ਆਪਾਂ ਬਾਰ ਜਿਹੜਾ ਹੈਗਾ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉੱਥੇ ਜਿਹੜਾ ਹੈਗਾ ਉਹ ਇਹ ਜਿਹੜੀ ਹੈਗੀ ਆ ਰਹਿਤ ਮਰਿਆਦਾ ਵਗੈਰਾ ਜਿਹੜੀ ਹਿਲ ਜਾਂਦੀ ਹੈ। ਨਾ ਸਤ ਮੂੰਡ ਮੁੰਡਾਈ ਕੇਸੀ, ਕਹਿੰਦੇ ਨਾ ਤਾਂ ਮੂੰਡ ਮੁੰਡਾਉਣ ਦੇ ਨਾਲ ਤੇ ਨਾ ਹੀ ਕੇਸ ਰੱਖਣ ਦੇ ਨਾਲ। ਕੇਸ ਰੱਖਣ ਦਾ ਮਤਲਬ ਹੈਗਾ ਬਈ ਖਾਲੀ ਕੇਸ ਰੱਖ ਕੇ ਜਿਹੜਾ ਹੈਗਾ ਪਰਮਾਤਮਾ ਮਿਲ ਜਾਏ। ਅੰਦਰੋਂ ਮਨ ਜਿਹੜਾ ਹੈਗਾ, ਇਹ ਮਨ ਜਿਹੜਾ ਹੈਗਾ, ਮਨ ਇਹ ਲੀਹਾਂ ਨੂੰ ਛੱਡਦਾ ਹੈ, ਮਨ ਦੀ ਮੈਲ ਉਤਰ ਜਾਏ, ਨਹੀਂ ਪਾਏ। ਔਰ ਕਿਸ ਜਿਹੜੇ ਹੈਗੇ ਇਹ ਦੇਣ ਆ ਉਸ ਮਾਲਕ ਪਰਮਾਤਮਾ ਦੀ। ਮਾਲਕ ਨੇ ਜਿਹੜਾ ਆਪਣਾ ਰੂਪ ਦਿੱਤਾ ਹੈ, ਉਹਨੇ ਜਿਹੜੇ ਹੈਗੇ ਉਹਨੇ ਡਿਜ਼ਾਈਨ ਕੀਤਾ, ਇਹਨਾਂ ਦਾ ਕੋਈ ਪਰਪਸ ਹੈਗਾ, ਉਹ ਵੱਖਰਾ ਵਿਸ਼ਾ ਹੈਗਾ। ਕਿਉਂਕਿ ਮਾਲਕ ਨੇ ਜਿਹੜੀ ਚੀਜ਼ ਦਿੱਤੀ ਔਰ ਆਪਾਂ ਇਹਦੇ ਅਗੇਂਸਟ ਜਿਹੜਾ ਹੈਗਾ ਆਪਾਂ ਜਾਵਾਂਗੇ ਤੇ ਆਪਾਂ ਹਾਰ ਖਾਂਦੇ ਹਾਂ। ਆਖਰੀ ਦਮ ਤੱਕ ਜਿਹੜੇ ਹੈਗੇ ਕੇਸ ਆਈ ਜਾਂਦੇ ਆ, ਆਪਾਂ ਜਿਹੜੇ ਹੈਗੇ ਉਹਨੂੰ ਕੱਟ ਕਰੀ ਜਾਂਦੇ, ਸ਼ੇਵ ਕਰੀ ਜਾਂਦੇ, ਤੇ ਆਪਾਂ ਕੁਦਰਤ ਨੂੰ ਨਹੀਂ ਜਿੱਤ ਸਕਦੇ। ਨਾ ਸਤ ਮੂੰਡ ਮੁੰਡਾਈ ਕੇਸੀ, ਪਰ ਇੱਥੇ ਜਿਹੜਾ ਹੈਗਾ ਇਹ ਪਰਮਾਰਥ ਜਿਹੜਾ ਹੈਗਾ ਆਤਮਿਕ ਯਾਤਰਾ ਦੀ ਗੱਲ ਹੋ ਰਹੀ ਹੈ। ਤੇ ਦੋਨੋਂ ਪਾਸਿਆਂ ਦੇ ਨਾਲ ਜਿਹੜੇ ਹੈਗੇ ਆ ਕੇਸ ਰੱਖਣ ਦੇ ਨਾਲ ਜਿਹੜਾ ਹੈਗਾ ਮਨ ਕਿਵੇਂ ਸ਼ੁੱਧ ਹੋ ਜਾਏਗਾ ਭਾਈ, ਤੇ ਕੇਸ ਮੁੰਡਾਉਣ ਦੇ ਨਾਲ ਜਿਹੜਾ ਮਨ ਕਿਵੇਂ ਮੁੰਡਿਆ ਜਾਊਗਾ, ਮਨ ਕਿਵੇਂ ਜਿਹੜਾ ਹੈਗਾ, ਮਨ ਆਪਣੀ ਆਦਤਾਂ ਤੋਂ ਬਾਅਦ ਕਿਵੇਂ ਆ ਜਾਏਗਾ। ਨਾ ਸਤ ਮੂੰਡ ਮੁੰਡਾਈ ਕੇਸੀ, ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ। ਚਾਹੇ ਜਿੰਨਾ ਮਰਜ਼ੀ ਗਿਆਨ ਲੈ ਲਾ ਔਰ ਜਿੱਥੇ ਮਰਜ਼ੀ ਜਾ ਕੇ ਜਿਹੜੇ ਮਰਜ਼ੀ ਦੇਸ਼ਾਂ ਦੇ ਵਿੱਚ ਘੁੰਮ ਲਾ ਪਾਏ, ਮੱਕਾ ਮਦੀਨਾ ਜਾਂ ਹਜੂਰ ਸਾਹਿਬ ਜਾਂ ਨੰਦੇੜ ਜਾਂ ਹੋਰ ਜਿਹੜੇ ਉੱਪਰ ਜਿਹੜੇ ਹੈਗੇ ਉਹ ਹੇਮਕੁੰਟ, ਜਿੱਥੇ ਮਰਜ਼ੀ ਚਲੇ ਜਾ, ਜਿੱਥੇ ਮਰਜ਼ੀ ਚਲੇ ਜਾ। ਨਾ ਸਤ ਦਾ ਮਤਲਬ ਹੁੰਦਾ ਆ ਰਿਕੁਆਇਰਮੈਂਟ, ਮਨ ਦੀ ਮੈਲ। ਇਹ ਮਨ ਦੀ ਮੈਲ ਆ। ਮਨ ਦੀ ਮੈਲ ਕੀ ਹੈ? ਤਨ ਦੀ ਮੈਲ। ਤਨ ਦੀ ਮੈਲ ਕੀ ਹੈਗੀ? ਇਹ ਤਨ, ਸਰੀਰ, ਇਹ ਵਿਸ਼ੇ ਵਿਕਾਰਾਂ ਦੀ ਮੈਲ ਹੈ। ਇਹਨੂੰ ਇਹ ਕਾਮ ਕ੍ਰੋਧ ਲੋਭ ਅਹੰਕਾਰ ਜੋ ਚੋਗਾ ਪਾਇਆ ਹੈ, ਇਹ ਸਰੀਰ ਜਿਹੜਾ ਹੈਗਾ, ਸਰੀਰ ਦੇ ਦੁਆਰਾ ਆਪਾਂ ਭੋਗਦੇ ਹਾਂ। ਮਨ ਜਿਹੜਾ ਹੈਗਾ ਕੰਟਰੋਲਰ ਹੈਗਾ। ਮਨ ਨੂੰ ਸਵਾਦ ਆਉਂਦਾ ਹੈ, ਸਰੀਰ ਨੂੰ ਕੁਛ ਨਹੀਂ ਹੁੰਦਾ, ਮਨ ਨੂੰ ਸਵਾਦ ਆਉਂਦਾ ਹੈ। ਨਾ ਸਤ ਮੂੰਡ ਮੁੰਡਾਈ ਕੇਸ, ਆਹੀ ਤਾਂ ਖੇਡ ਪਾਈ ਹੋਈ ਆ ਉਸ ਮਾਲਕ ਪਰਮਾਤਮਾ ਨੇ। ਇਸੇ ਵਾਸਤੇ ਤਾਂ ਆਪਾਂ ਨੂੰ ਭੇਜਿਆ ਹੈ ਦੁਨੀਆ ਦੇ ਵਿੱਚ ਵੀ ਆਹ ਸਵਾਦ ਮੈਂ ਪਾਏ ਆ, ਇਹ ਸਵਾਦਾਂ ਨੂੰ ਤੂੰ ਜਿਹੜਾ ਹੈਗਾ ਇਹਨਾਂ ਨੂੰ ਜਿੱਤ ਕੇ ਦਿਖਾ ਦੇ ਮੈਨੂੰ, ਬਸ ਬਾਹਰ ਆ ਜਾਏਗਾ। ਇਹਨਾਂ ਨੂੰ ਓਨਾ ਕੁ ਲੈ ਜਿੰਨੀ ਕੁ ਤੇਰੀ ਰਿਕੁਆਇਰਮੈਂਟ ਹੈਗੀ ਆ, ਜਿੰਨੀ ਕੁ ਤੇਰੀ ਸਰੀਰ ਨੂੰ ਤਾਕਤ ਚਾਹੀਦੀ। ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ। ਭਾਵੇਂ ਜਿੰਨਾ ਮਰਜ਼ੀ ਗਿਆਨ ਲੈ ਲਾ, ਜਿੰਨਾ ਮਰਜ਼ੀ ਗਿਆਨ ਲੈ ਲਾ, ਗਿਆਨ ਲੈ ਕੇ ਜਿੱਥੇ ਮਰਜ਼ੀ ਫਿਰ ਲਾ, ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਅਹੰਕਾਰ, ਇਹ ਮਨ ਜਿਹੜਾ ਹੈਗਾ, ਇਹ ਮਨ, ਇਹ ਇੰਦਰੀਆਂ, ਇਹਨਾਂ ਦੇ ਉੱਤੇ ਕੰਟਰੋਲ ਨਹੀਂ ਆਏਗਾ। ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵੈ ਦੁੱਖ ਸਹੈ। ਨਾ ਹੀ ਜਿਹੜਾ ਹੈਗਾ ਇਹ ਗੇਮ ਜਿਹੜੀ ਹੈ ਕਾਮ ਕ੍ਰੋਧ ਲੋਭ ਅਹੰਕਾਰ, ਇਹ ਸੱਤ ਜਿਹੜਾ ਹੈਗਾ, ਸੱਚਾ ਆਚਰਣ ਜਿਹੜਾ ਹੈਗਾ, ਇਸ ਇੱਕ ਸੱਚ ਹੈਗਾ, ਇੱਕ ਝੂਠ ਹੈਗਾ। ਇਹ ਸੱਚ ਜਿਹੜਾ ਹੈਗਾ ਨਹੀਂ ਆਉਂਦਾ ਜੀਵਨ ਦੇ ਵਿੱਚ, ਬੰਦਾ ਡੋਲ ਜਾਏਗਾ। ਨਾ ਸਤ ਰੁਖੀ ਬਿਰਖੀ ਪੱਥਰ, ਭਾਵੇਂ ਜਿਹੜਾ ਹੈਗਾ ਕਿਤੇ ਮਰਜੀ ਰੁੱਖ ਕਹਿੰਦੇ ਦਰਖਤ, ਬਿਰਖ ਦਰਖਤਾਂ ਦੇ, ਕਿਤੇ ਜੰਗਲਾਂ ਦੇ ਵਿੱਚ ਚਲੇ ਜਾ, ਚਾਹੇ ਪੱਥਰ ਕਹਿੰਦੇ ਪਹਾੜਾਂ 'ਤੇ ਚੜ੍ਹ ਜਾ, ਜਿੱਥੇ ਮਰਜੀ ਚਲੇ ਜਾ, ਇਹ ਕੰਟਰੋਲ, ਇਹ ਖੇਡ ਨਹੀਂ ਜਿੱਤੀ ਜਾਏਗੀ। ਨਾ ਸੱਤ ਨਹੀਂ ਆ ਸਕਦਾ ਪਾਏ, ਝੂਠ ਨਹੀਂ ਛੁੱਟਦਾ। ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵੈ ਦੁੱਖ ਸਹੈ। ਔਰ ਆਪਣੇ ਆਪ ਨੂੰ ਜਿਹੜਾ ਹੈਗਾ ਗਾਲਦਾ ਰਹੇਗਾ, ਗਲ ਜਾਏਗਾ, ਉਮਰ ਗਲ ਜਾਏਗੀ ਔਰ ਦੁੱਖ ਸਹੇਗਾ। ਦੁੱਖ ਜੰਗਲਾਂ 'ਚ ਚਲੇ ਜਾਓ ਨਾ, ਉੱਥੇ ਰੋਟੀ ਪਾਣੀ ਦੀ ਵੀ ਪ੍ਰੋਬਲਮ ਹੈਗੀ ਆ,
ਸੌਣ ਦੀ ਪ੍ਰੋਬਲਮ ਹੈ, ਕੱਪੜਿਆਂ ਦੀ ਪ੍ਰੋਬਲਮ ਹੈ। ਪੱਥਰਾਂ ਦੇ ਪਹਾੜਾਂ 'ਤੇ ਚੜ੍ਹ ਕੇ ਦੇਖ ਲਓ ਤਾਂ ਵੀ ਜਿਹੜਾ ਹੈਗਾ ਠੰਡ ਆ, ਸਾਰਾ ਜਿਹੜਾ ਹੈਗਾ ਕੀ ਫਾਇਦਾ ਉਹਦੇ ਨਾਲ। ਕਹਿੰਦੇ ਦੁੱਖ ਸਹੇਗਾ ਬਸ। ਨਾਸਤ ਹਸਤੀ ਬੰਦੇ ਸੰਗਲ, ਕਹਿੰਦੇ ਭਾਈ ਹਾਥੀ ਨੂੰ ਜਿੰਨਾ ਮਰਜ਼ੀ ਸੰਗਲ ਦੇ ਨਾਲ ਬੰਨ੍ਹ ਕੇ ਦੇਖ ਲਾ, ਇਹ ਮਨ ਪਤੰਦਰ ਨੇ ਨਹੀਂ ਬੰਨਿਆ ਜਾਣਾ। ਨਾਸਤ ਹਸਤੀ ਬੰਦੇ ਸੰਗਲ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਇਹਨਾਂ 'ਤੇ ਕੰਟਰੋਲ ਨਹੀਂ ਆਏਗਾ, ਮਨ ਨਹੀਂ ਬਾਜ ਆਏਗਾ। ਨਾ ਸਤ ਗਾਈ ਘਾਉ ਚਰੈ, ਔਰ ਜੇ ਤੂੰ ਜਿਹੜਾ ਹੈਗਾ ਖੁੱਲ੍ਹਾ ਹੀ ਛੱਡ ਦੇ ਬਸ ਇੰਦਰੀਆਂ ਨੂੰ ਭੋਗਾਂ ਦੇ ਵਿੱਚ, ਤੇ ਤਾਂ ਗਿਆ ਹੀ ਗਿਆ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ। ਜਿਸ ਹੱਥ ਸਿੱਧੀ ਪਰਮਾਤਮਾ ਦੇ ਕੋਲ ਆ, ਕੰਟਰੋਲ ਮਾਲਕ ਨੇ ਦੇਣਾ ਆ। ਪਰ ਜਿਹੜਾ ਹੈਗਾ ਕਹਿੰਦੇ ਫਿਰ ਜਿਸ ਮਾਲਕ ਨੇ ਦੇਣਾ ਤੇ ਅਸੀਂ ਤਾਂ ਬਹਿ ਜਾਂਦੇ ਹਾਂ ਆਰਾਮ ਨਾਲ, ਜਦੋਂ ਦੇਊਗਾ ਤੇ ਲੈ ਲਾਂਗੇ ਭਾਈ, ਜਦੋਂ ਸੱਤ ਦਊਗਾ ਤੇ ਉਦੋਂ ਲੈ ਲਾਂਗੇ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ। ਜਿਹਨੂੰ ਦਿੰਦਾ ਹੈ ਉਹਨੂੰ ਸਿੱਧੀ ਮਿਲ ਜਾਂਦੀ ਹੈ, ਔਰ ਮਾਲਕ ਆ ਜਾਂਦਾ ਹੈ ਉਹਦੇ ਅੰਦਰ, ਉਹਦੇ ਜੀਵਨ ਦੇ ਵਿੱਚ। ਇੰਨੀ ਕੁ ਲਾਈਨ ਲੈ ਲਈਏ ਤੇ ਇਹਦਾ ਮਤਲਬ ਤਾਂ ਆ ਹੈਗਾ ਭਾਈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ। ਅੱਗੇ ਲਾਈਨ ਦੇਖੋ ਭਾਈ, ਅੱਗੇ ਨਾਨਕ ਛਾਪ ਲੱਗੀ ਹੋਈ ਹੈ। ਨਾਨਕ ਤਾਕੋ ਮਿਲੈ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਇਹ ਵਡਿਆਈ ਉਹਨੂੰ ਮਿਲਦੀ ਆ ਜਿਹਦੇ ਘਟ ਦੇ ਅੰਦਰ ਸ਼ਬਦ ਰਵਦਾ ਹੈ। ਸ਼ਬਦ ਉਹਦੇ ਰਵੂਗਾ ਜਿਹਨੇ ਵਿਚਾਰ ਬੰਦ ਕਰ ਲਏ, ਜਿਹੜਾ ਧਿਆਨ ਦੇ ਵਿੱਚ ਜਾਂਦਾ ਹੈ, ਸ਼ਬਦ ਉਹਦੇ ਅੰਦਰ ਰਵੂਗਾ। ਗੱਲ ਕਹਿ ਦਿੱਤੀ ਪਰ ਉਹਦੀ ਰਿਕੁਆਇਰਮੈਂਟ ਇੱਥੇ ਲਾ ਦਿੱਤੀ। ਨਾਨਕ ਤਾਕੋ, ਉਸ ਨੂੰ ਇਹ ਵਡਿਆਈ, ਕਿਹੜੀ ਵਡਿਆਈ? ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ। ਸੱਤ, ਕੀ ਵਡਿਆਈ? ਸੱਤ, ਪੂਰਾ ਦਾ ਪੂਰਾ ਸ਼ਲੋਕ ਸੱਤ ਦੀ ਗੱਲ ਕਰ ਰਿਹਾ ਹੈ। ਕੰਟਰੋਲ, ਮਨ ਦੇ ਉੱਤੇ ਕੰਟਰੋਲ, ਮਨ ਜੀਤੇ ਜਗ ਜੀਤ। ਨਾਸਤ ਤਾਕੋ ਮਿਲੇ ਵਡਾਈ, ਜਿਸ ਘਟ ਭੀਤਰ ਨਾਨਕ ਤਾਕੋ ਮਿਲੇ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਇਸ ਤੋਂ ਅੱਗੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆਪ ਬੋਲ ਰਿਹਾ ਹੈ। ਜਿਹੋ ਜਿਹਾ ਮਾਲਕ ਨੇ ਬੋਲਿਆ ਉਹੀ ਜਿਹਾ ਜਿਹੜਾ ਹੈਗਾ ਆ ਸ਼ਲੋਕ ਜਿਹੜਾ ਹੈਗਾ ਪਹਿਲੀ ਪਾਤਸ਼ਾਹੀ ਦਾ ਹੈਗਾ, ਉਹੀ ਜਿਹਾ ਸ਼ਲੋਕ, ਉਹੀ ਮਹਾਰਾਜ ਨੇ ਆਵਾਜ਼ ਉਸੇ ਤਰੀਕਾ ਫਸਟ ਪਰਸਨ ਦੇ ਵਿੱਚ ਦੱਸ ਦਿੱਤੀ। ਸਭ ਘਟ ਮੇਰੇ, ਦੇਖੋ ਮਾਲਕ ਬੋਲ ਰਿਹਾ ਹੈ, ਮਾਲਕ ਸਭ ਘਟ ਮੇਰੇ ਹਉ ਸਭਨਾ ਅੰਦਰ, ਜਿਸੇ ਖੁਆਈ ਤਿਸ ਕੌਣ ਕਹੈ। ਕਹਿੰਦੇ ਮਾਲਕ ਕਹਿੰਦਾ ਮੈਂ ਸਾਰਿਆਂ ਦੇ ਅੰਦਰ ਹੈਗਾ, ਸਾਰੇ ਘਟ ਮੇਰੇ ਹੈਗੇ ਆ, ਸਾਰੇ ਘਟ ਮੇਰੇ ਹੈਗੇ, ਸਾਰੇ ਮੈਂ ਭੇਜਿਆ ਦੁਨੀਆ ਦੇ ਵਿੱਚ, ਮੈਂ ਆਪ ਹਾਂ ਉਹਨਾਂ ਦੇ ਵਿੱਚ। ਹਉ ਸਭਨਾ ਅੰਦਰ, ਮੈਂ ਸਾਰਿਆਂ ਦੇ ਵਿੱਚ ਹੈਗਾ। ਜਿਸੇ ਖੁਆਈ ਤਿਸ ਕੌਣ ਕਹੈ। ਕਹਿੰਦੇ ਜਿਹਨੂੰ ਮੈਂ ਖੁਆ ਦੇਵਾਂ, ਜਿਹਨੂੰ ਇਹ ਸੱਤ ਨਾ ਦੇਵਾਂ, ਉਹਨੂੰ ਕੋਈ ਹੈ ਜਿਹੜਾ ਹੈਗਾ ਸੱਤ ਦੇ ਸਕੇ। ਤਿਸ ਕੌਣ ਕਹੈ, ਉਹਨੂੰ ਕੌਣ ਕਹੂਗਾ? ਜਿਹਨੂੰ ਮੈਂ ਖੁਆ ਦਿੱਤਾ ਉਹਨੂੰ ਦੱਸਣ ਵਾਲਾ ਕੌਣ ਹੈਗਾ? ਉਹਨੂੰ ਸੱਤ ਦੱਸਣ ਵਾਲਾ ਕੌਣ ਹੈਗਾ? ਜਿਸੇ ਦਿਖਾਲਾਂ ਵਾਟੜੀ ਤਿਸੈ ਭੁਲਾਵੈ ਕੌਣ। ਜਿਹਨੂੰ ਮੈਂ ਰਸਤਾ ਦਿਖਾ ਦਾਂ ਤੇ ਉਹਨੂੰ ਕੋਈ ਭੁਲਾ ਸਕਦਾ ਹੈ? ਤਿਸੈ ਭੁਲਾਵੈ ਕੌਣ, ਕਿਹੜਾ ਹੈ ਉਹਨੂੰ ਭੁਲਾਉਣ ਵਾਲਾ? ਸਾਰਿਆਂ ਦੇ ਅੰਦਰ ਤਾਂ ਮੈਂ ਹੈਗਾ ਆ। ਜਿਸੇ ਦਿਖਾਲਾਂ ਵਾਟੜੀ ਤਿਸੈ ਭੁਲਾਵੈ, ਵਾਟੜੀ ਮਤਲਬ ਰਸਤਾ। ਜਿਸੈ ਦਿਖਾਲਾਂ ਵਾਟੜੀ ਤਿਸੈ ਭੁਲਾਵੈ ਕੌਣ। ਜਿਸੈ ਭੁਲਾਈ ਪੰਧ ਸਿਰੇ ਤਿਸੈ ਦਿਖਾਵੇ ਕੌਣ। ਔਰ ਕਹਿੰਦਾ ਮੈਂ ਜਿਹਨੂੰ ਸ਼ੁਰੂ ਦੇ ਵਿੱਚ ਹੀ ਜਿਹੜਾ ਹੈਗਾ ਜੇ ਮੈਂ ਰਸਤੇ ਤੋਂ ਭੁਲਾ ਦੇਵਾਂ, ਮਿਸਗਾਈਡ ਕਰ ਦੇਵਾਂ, ਤੇ ਉਹਨੂੰ ਤਿਸੈ ਦਿਖਾਵੇ ਕੌਣ। ਉਹਨੂੰ ਕੌਣ ਦਿਖਾਉਂਦਾ ਹੈ ਭਾਈ ਰਸਤਾ? ਕੌਣ ਦਿਖਾ ਸਕਦਾ?
ਸਾਰੀ ਦੀ ਸਾਰੀ ਖੇਡ ਉਹ ਮਾਲਕ ਪਰਮਾਤਮਾ ਆਪ ਕਰ ਰਿਹਾ ਹੈ। ਉਹ ਕਹਿੰਦੇ ਮਾਲਕ ਨੇ ਆ ਬ੍ਰਹਮ ਗਿਆਨੀ ਰੱਖਿਆ। ਬ੍ਰਹਮ ਗਿਆਨੀਆਂ ਦੇ ਥਰੂ ਜਿਹੜਾ ਹੈਗਾ ਇਹ ਰਸਤਾ ਜਿਹੜਾ ਹੈਗਾ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ। ਕਹਿੰਦੇ ਕੌਣ ਭੁਲਾ ਸਕਦਾ ਉਹਨੂੰ, ਜਿਨ੍ਹਾਂ ਨੂੰ ਬ੍ਰਹਮ ਗਿਆਨ ਮਿਲ ਗਿਆ। ਔਰ ਜਿਹਨੂੰ ਕਹਿੰਦੇ ਮਾਇਆ ਦੇ ਵਿੱਚ ਪਾ ਕੇ ਮੈਂ ਜਿਹੜਾ ਹੈਗਾ ਇਹ ਮਾਇਆ ਦੇ ਜਾਲ ਦੇ ਵਿੱਚ ਫਸਾ ਦਿੱਤਾ, ਤਿਸੇ ਦਿਖਾਵੇ ਕੌਣ। ਕਹਿੰਦੇ ਉਹਨੂੰ ਉਹ ਬ੍ਰਹਮ ਗਿਆਨੀਆਂ ਤੋਂ ਇਲਾਵਾ, ਮੇਰੇ ਇਲਾਵਾ ਕੌਣ ਰਸਤਾ ਦਿਖਾ ਸਕਦਾ ਹੈ। ਇਹ ਮਾਲਕ ਪਰਮਾਤਮਾ ਨੇ ਜਿਹੋ ਜੀ ਗੇਮ ਰੱਖੀ ਹੋਈ ਆ, ਜਿਹੋ ਜਿਹਾ ਰਸਤਾ ਜਿੱਥੇ ਰੱਖਿਆ ਹੋਇਆ, ਉਸੇ ਦੇ ਥਰੂ ਹੀ ਨਿਕਲ ਸਕਦੇ ਹਾਂ। ਟੋਟਲ ਜਿਹੜੀ ਗੇਮ ਹੈਗੀ ਉਹਦੇ ਹੱਥ ਦੇ ਵਿੱਚ ਹੈਗੀ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ। ਗਿਰਹੀ ਕਹਿੰਦੇ ਆ ਗ੍ਰਸਤੀ। ਪਹਿਲੀ ਪਾਤਸ਼ਾਹੀ ਕਹਿ ਰਹੀ ਆ ਸੋ ਗਿਰਹੀ ਜੋ ਨਿਗ੍ਰਹ ਕਰੈ। ਕਹਿੰਦੇ ਗ੍ਰਸਤੀ ਤਾਂ ਮੈਂ ਉਹਨੂੰ ਮੰਨਦਾ ਹਾਂ ਜਿਹੜਾ ਆਪਣੇ ਜਿਹੜੇ ਹੈਗੇ ਆ ਆਪਣੇ ਮਨ ਦੇ ਉੱਤੇ ਜਿਹੜਾ ਹੈਗਾ ਨਾ ਚੈੱਕ ਪੋਸਟ ਲਗਾਏ, ਚੈੱਕ ਕਰੇ ਮਨ ਨੂੰ। ਮਨ ਕਹਿੰਦਾ ਆਹ ਚਾਹੀਦਾ। ਕਿਉਂ ਚਾਹੀਦਾ ਭਾਈ? ਕਾਹਦੇ ਵਾਸਤੇ? ਇਹਦੇ ਨਾਲ ਕੀ ਹੋਊਗਾ ਤੇਰਾ ਫਾਇਦਾ? ਇਹਦੇ ਨਾਲ ਤੈਨੂੰ ਕਾਹਦੀ ਤੇਰੇ ਅੰਦਰ, ਤੇਰੇ ਸਰੀਰ ਦੇ ਵਿੱਚ ਕੋਈ ਰਿਕੁਆਇਰਮੈਂਟ ਹੈ, ਭੁੱਖ ਹੈ, ਕਮੀ ਹੈ? ਕਾਹਦੇ ਵਾਸਤੇ ਚਾਹੀਦਾ? ਸੋ ਗਿਰਹੀ ਜੋ ਨਿਗ੍ਰਹ ਕਰੈ। ਇਹ ਤੇ ਚੈੱਕ ਪੋਸਟ ਤਾਂ ਬਿਠਾਉਣੀ ਪੈਣੀ ਹੈ ਭਾਈ, ਨਹੀਂ ਤਾਂ ਜਿਹੜਾ ਲੁੱਟ ਮਾਰ ਚੱਲਦੀ ਰਹੇਗੀ। ਗਾਰਡਿੰਗ ਤਾਂ ਕਰਨੀ ਪੈਣੀ ਹੈ। ਇਹ ਕਲੋਨੀ ਜਿਹੜੀ ਹੈਗੀ ਇਹਦੇ ਗਾਰਡ ਬਿਠਾਉਣਾ ਪੈਣਾ ਹਮੇਸ਼ਾ, 24 ਘੰਟੇ ਦਾ ਗਾਰਡ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਿਹੜਾ ਚੈੱਕ ਕਰਦਾ ਹੈ। ਜਪ ਤਪ ਸੰਜਮ ਭੀਖਿਆ ਕਰੈ। ਔਰ ਭੀਖਿਆ ਕੀ ਮੰਗਦਾ ਹੈ? ਮਾਲਕ ਪਰਮਾਤਮਾ ਤੋਂ ਧਿਆਨ ਸਿਮਰਨ ਕਰਕੇ ਕੀ ਮੰਗਦਾ ਹੈ? ਮਾਲਕਾ ਮੈਨੂੰ ਜਪ ਦੇ, ਮੈਨੂੰ ਤਪ ਦੇ। ਤਪ ਕੀ ਹੁੰਦਾ ਹੈ? ਤਪ ਦਾ ਮਤਲਬ ਹੁੰਦਾ ਹੈ ਭਾਈ ਤਪੱਸਿਆ, ਕਸ਼ਟ ਸਹਿਣਾ। ਆ ਜਿਹੜਾ ਹੈਗਾ ਆਪਣੀ ਇੰਦਰੀਆਂ ਨੂੰ ਰੋਕਣਾ, ਇਹ ਜਿਹੜਾ ਹੈਗਾ ਮਨ ਮਨ ਨੂੰ ਚੁੱਪ ਕਰਾਉਣਾ। ਤਪ ਹੀ ਹੈ। ਬੱਚਾ ਰੋ ਰਿਹਾ ਹੈ, ਉਹਨੂੰ ਚੁੱਪ ਕਰਾਉਣਾ, ਬਰਾਉਣਾ। ਬੱਚਾ ਜਿੱਦ ਕਰ ਰਿਹਾ ਹੈ, ਜਪ ਤਪ ਸੰਜਮ, ਇਹ ਸੰਜਮ ਹੈ ਭਾਈ। ਭੀਖਿਆ ਕਰੇ, ਆਪ ਭੀਖਿਆ ਮੰਗੇ। ਜਪ ਤਪ ਸੰਜਮ ਭੀਖਿਆ ਕਰੈ। ਪੁੰਨ ਦਾਨ ਕਾ ਕਰੇ ਸਰੀਰ। ਔਰ ਉਹ ਕੀ ਕਰੇ? ਕਹਿੰਦੇ ਪੁੰਨ ਦਾਨ ਕਰੇ, ਸਾਰਾ ਦੂਸਰੇ ਦੀ ਜਿੰਨੀ ਮੈਕਸੀਮਮ ਹਰੇਕ ਦੀ ਹੈਲਪ ਕਰੇ। ਪੁੰਨ ਦਾਨ ਕਾ ਕਰੇ ਸਰੀਰ। ਸੋ ਗਿਰਹੀ ਗੰਗਾ ਕਾ ਨੀਰ। ਲਓ ਹੋ ਗਈ ਰਿਕੁਆਇਰਮੈਂਟ ਪੂਰੀ। ਆ ਗਿਆ 7। ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਸੋ ਗਿਰਹੀ ਗੰਗਾ ਕਾ ਨੀਰ। ਆ ਗ੍ਰਸਤੀ ਜਿਹੜਾ ਹੈਗਾ, ਦੇਖੋ ਗ੍ਰਸਤੀ ਜਿਹੜਾ ਹੈਗਾ ਉਹ ਗ੍ਰਸਤ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਉਹਨੇ ਰਿਕੁਆਇਰਮੈਂਟ ਪੂਰੀ ਕਰ ਦਿੱਤੀ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ। ਸੋ ਗਿਰਹੀ ਗੰਗਾ ਕਾ ਨੀਰ। ਬੋਲੇ ਈਸ਼ਰ ਸਤ ਸਰੂਪ। ਇਹ ਜਿਹੜੇ ਹੈਗੇ ਨਾ ਇਹਨਾਂ ਦੇ ਜੋਗੀਆਂ ਦੇ ਜਿਹੜੇ ਹੈਗੇ ਆ ਗੁਰੂ, ਜੋਗੀਆਂ ਦੇ, ਇਹ ਈਸ਼ਰ, ਗੋਰਖਨਾਥ, ਮਛੰਦਰ, ਇਹ ਸਾਰੇ ਜਿਹੜੇ ਹੈਗੇ ਇਹਨਾਂ ਦੇ ਗੁਰੂ ਸੀਗੇ। ਇਹਨਾਂ ਦੇ ਗੁਰੂਆਂ ਦੇ ਨਾਲ ਆ ਜਿਹੜੀ ਸਿੱਧ ਗੋਸ਼ਟ ਮਹਾਰਾਜ ਨੇ ਲਿਖੀ ਹੈ, ਉਹਦੇ ਵਿੱਚ ਜਿਹੜੀ ਹੈ ਦਰਜ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਇਸ ਤੋਂ ਇਲਾਵਾ ਵੀ ਹੈਗੀ ਸੀ ਉਹ ਸ਼ਬਦ, ਉਹ ਜਿਹੜੇ ਹੈਗੇ ਉਹ ਸ਼ਲੋਕ ਇਹਦੇ ਵਿੱਚ ਦਿੱਤੇ ਹੋਏ ਪਹਿਲੀ ਪਾਤਸ਼ਾਹੀ ਦੇ।
ਉਹ ਸਿੱਧ ਗੋਸ਼ ਦੇ ਵਿੱਚ ਨਾਂ ਦਰਜ ਕਰਦੇ ਹੋਏ ਇੱਥੇ ਜਿਹੜੇ ਹੈਗੇ ਇਸ ਤਰ੍ਹਾਂ ਦਰਜ ਕੀਤੇ ਹੈ। ਬੋਲੇ ਲਿਖਿਆ, ਬੋਲੇ ਲਾਮ ਇੱਕ ਨਹੀਂ ਲੱਗੀ, ਦੋ ਲਾਮਾਂ ਲੱਗੀਆਂ ਹੋਈਆਂ। ਬੋਲਾ ਈਸ਼ਰ ਸਤ ਸਰੂਪ, ਕਹਿੰਦੇ ਇਹ ਈਸ਼ਰ, ਇਹ ਜੋਗੀਆਂ ਦੇ ਇਹਨਾਂ ਦੇ ਗੁਰੂ। ਬੋਲਾ ਜੇ ਤੂੰ ਬੋਲ ਉਸ ਮਾਲਕ ਪਰਮਾਤਮਾ ਨੂੰ ਬੋਲ, ਉਹਦੀ ਭਗਤੀ ਜਿਹੜਾ ਹੈਗਾ। ਬੋਲੇ ਈਸ਼ਰ ਸਤ ਸਰੂਪ, ਬੋਲਣਾ ਕੀ ਹੈਗਾ ਬਈ ਰਾਮ ਰਾਮ ਬੋਲ ਬੋਲ ਖੋਜ ਤੇ ਵਡ ਭਾਗੀ। ਧਿਆਨ ਸਿਮਰਨ ਕਰ, ਆਪਣੇ ਵਿਚਾਰ ਬੰਦ ਕਰ, ਉਸ ਮਾਲਕ ਦੀ ਸਤ ਸਰੂਪ ਦੀ ਭਗਤੀ ਕਰ ਤੇ ਤੂੰ ਵੀ ਸਤ ਸਰੂਪ ਹੋ ਜਾਏਗਾ। ਕਿਹੜੇ ਸਤ ਸਰੂਪ ਦੀ? ਪਰਮ ਤੰਤ ਮੈਂ ਰੇਖ ਨਾ ਰੂਪ। ਉਸ ਪਰਮ ਤਤ ਹੋਇਆ, ਪਰਮ ਸਾਰਿਆਂ ਦਾ ਪਰਮ ਤਤ, ਉਹਦੇ ਵਿੱਚ ਉਹਦੀ ਨਾ ਕੋਈ ਰੇਖ ਹੈ ਤੇ ਨਾ ਕੋਈ ਉਹਦਾ ਰੂਪ ਹੈਗਾ। ਉਹ ਸਤ ਸਰੂਪ ਦਾ ਤੂੰ ਵੀ ਸਤ ਸਰੂਪ ਹੋ ਜਾਏਗਾ ਜੇ ਉਸ ਨੂੰ ਬੋਲੇਗਾ, ਜੇ ਤੂੰ ਉਹਦੀ ਭਗਤੀ ਕਰੇਗਾ। ਮਹੱਲਾ ਪਹਿਲਾ। ਸੋ ਅਵਧੂਤੀ ਜੋ ਧੂਪੈ ਆਪ। ਅਵਧੂਤੀ ਕਹਿੰਦੇ ਆ ਜਿਹਨੇ ਆਪਣੇ ਮਨ 'ਤੇ ਜਿਹੜਾ ਹੈਗਾ, ਮਨ 'ਤੇ ਕੰਟਰੋਲ ਕਰ ਲਿਆ, ਜਿਸਨੇ ਆਪਣੇ ਆਪ ਨੂੰ ਕਹਿੰਦੇ ਆ, ਆਪਣੀ ਹਉਮੈ ਨੂੰ ਜਿਹਨੇ ਗਵਾ ਦਿੱਤਾ, ਉਹ ਆ ਅਸਲੀ ਅਵਧੂਤੀ। ਪੀਖਿਆ ਭੋਜਨ ਕਰੈ ਸੰਤਾਪ। ਕਿਵੇਂ ਕੀ ਕੀਤਾ ਉਹਨੇ? ਕਹਿੰਦਾ ਉਹਨੇ ਜਿਹੜਾ ਹੈਗਾ ਸੰਤਾਪ ਜਿਹੜਾ ਸੰਤਾਪ ਕੀ ਹੁੰਦਾ? ਸੰਤਾਪ ਹੁੰਦਾ ਹੈ ਕੋਈ ਵੀ ਚੀਜ਼ ਜਿਹੜੀ ਹੈ, ਕੋਈ ਦੁੱਖ ਆਇਆ ਜਾਂ ਕੁਛ ਆਪਣੀ ਇੱਛਾ ਦੇ ਅਗੇਂਸਟ ਹੋ ਗਿਆ ਤੇ ਆਪਾਂ ਨੂੰ ਜਿਹੜਾ ਹੈਗਾ ਸੰਤਾਪ ਹੋ ਜਾਂਦਾ ਹੈ ਭਾਈ। ਮਾਲਕ ਕਰਨਾ ਮਾਲਕ ਨੇ ਹੈਗਾ, ਔਰ ਮਾਲਕ ਨੇ ਜਿਹੜਾ ਕਰਨਾ ਹਮੇਸ਼ਾ ਜਿਹੜਾ ਹੈਗਾ, ਮਾਲਕ ਨੇ ਜਿਹੜਾ ਹੈਗਾ ਆਪਣੀ ਚੋਇਸ ਦੇ ਅਨੁਸਾਰ ਥੋੜ੍ਹਾ ਨਾ ਕਰਨਾ ਹੈ ਮਾਲਕ ਨੇ। ਉੱਥੇ ਜਿਹੜਾ ਹੈਗਾ ਸੰਤਾਪ ਆ ਜਾਂਦਾ ਆਪਾਂ ਨੂੰ। ਕਹਿੰਦੇ ਆ ਸੰਤਾਪ ਨੂੰ ਜਿਹੜਾ ਹੈਗਾ ਇਹਨੂੰ ਖਾ ਜਾਏ, ਸੰਤਾਪ ਨਾ ਕਰੇ, ਸਮ ਰਹੇ ਦੁੱਖ ਔਰ ਸੁੱਖ ਦੇ ਵਿੱਚ। ਹਾਂਜੀ ਕੋਈ ਰਾਜ ਜੀ ਤੁਹਾਡਾ ਮਾਈਕ ਖੁੱਲ ਗਿਆ ਜੀ, ਪਲੀਜ਼ ਦੇਖੋ। ਰਾਜ, ਹਾਂਜੀ ਇਵੇਂ ਨਾ ਕਰੋ ਜੀ। ਸੋ ਅਵਧੂਤੀ ਜੋ ਧੂਪੈ ਆਪ, ਭੀਖਿਆ ਭੋਜਨ ਕਰੈ ਸੰਤਾਪ। ਕਹਿੰਦੇ ਸੰਤਾਪ ਦਾ ਭੋਜਨ ਕੀ ਆ ਬਈ? ਜੋ ਮਾਲਕ ਨੇ ਕਰ ਰਿਹਾ, ਜੋ ਮਾਲਕ ਦਾ ਪਾਣਾ ਹੈਗਾ, ਜੋ ਮਾਲਕ ਕਰ ਰਿਹਾ ਉਹਦੇ ਵਿੱਚ ਹੀ ਖੁਸ਼ ਰਹੇ, ਦੁਖੀ ਨਾ ਹੋਏ। ਦੁਖੀ ਹੋਏਗਾ ਤੇ ਵਿਚਾਰ ਆ ਗਏ, ਦੁੱਖ ਤੇ ਵਿਚਾਰ ਆ ਗਏ ਤੇ ਭਗਤੀ ਛੁੱਟ ਜਾਏਗੀ। ਸਮ ਰਹੇ, ਸਮ ਦ੍ਰਿਸ਼ਟੀ, ਸਮ ਰਹੇ। ਦੁੱਖ ਆ ਗਿਆ ਤੇ ਸੁੱਖ ਆ ਗਿਆ, ਦੋਨਾਂ ਦੇ ਵਿੱਚ ਇੱਕ ਜਿਹਾ ਰਹੇ। ਸੋ ਅਵਧੂਤੀ ਜੋ ਧੂਪੈ ਆਪ, ਭੀਖਿਆ ਭੋਜਨ ਕਰੈ ਸੰਤਾਪ। ਆਓ ਹਟ ਪਟਣ ਮੈਂ ਭੀਖਿਆ ਕਰੈ। ਔਰ ਭੀਖਿਆ ਕਿੱਥੇ ਮੰਗੇ? ਕਿੱਥੇ ਭੀਖ? ਪ੍ਰਮਾਤਮਾ ਦੇ ਦਰ 'ਤੇ ਕਿੱਥੇ ਜਾਏ? ਮਾਲਕ ਤੋਂ ਭੀਖਿਆ ਲੈਣੀ ਹੈ, ਉਹਦੇ ਤੋਂ ਕਿੱਥੇ ਬੈਠ ਕੇ ਮੰਗੇ ਉਹਦੇ ਕੋਲੋਂ? ਆਓ ਹਟ ਆਪਣੇ ਅੰਦਰ ਜਿਹੜਾ ਸ਼ਹਿਰ ਹੈ ਪੱਟਣ, ਉੱਥੇ ਹਿਰਦੇ ਦੇ ਵਿੱਚ ਆਪਣੇ ਅੰਦਰ ਆਓ ਹਟ, ਆਪਣੇ ਅੰਦਰ, ਇਸ ਹੱਟੀ ਦੇ ਅੰਦਰ। ਹੱਟ ਦਾ ਮਤਲਬ ਹੱਟੀ। ਕਿਉਂਕਿ ਬਾਣੀ ਦੇ ਵਿੱਚ ਜਿਹੜਾ ਹੈਗਾ ਅਵਗੁਣ ਆਉਂਦਾ ਹੈ ਤੇ ਔਗੁਣ ਵੀ ਆ ਜਾਂਦਾ ਹੈ। ਇਸੇ ਤਰ੍ਹਾਂ ਹੱਟ ਤੇ ਹੱਟ ਦਾ ਮਤਲਬ ਜਿਹੜਾ ਹੱਟ ਵੀ ਹੁੰਦਾ ਹੈ ਵੀ ਹੱਟ ਕਰਕੇ ਵੀ ਮੈਂ ਤਾਂ ਲੈਣਾ ਹੀ ਲੈਣਾ ਹੈ, ਹਿੱਲਣਾ ਹੀ ਨਹੀਂ, ਲੈ ਕੇ ਹੀ ਜਾਣਾ ਹੈ। ਹੱਟ ਦਾ ਮਤਲਬ ਉਹ ਵੀ ਹੁੰਦਾ ਹੈ। ਇਹ ਹੱਟ ਦਾ ਮਤਲਬ ਜਿਹੜਾ ਹੈਗਾ ਹੱਟੀ ਵੀ ਹੁੰਦਾ ਹੈ। ਆਓ ਹਟ ਪਟਣ ਮੈਂ ਭੀਖਿਆ ਕਰੈ। ਸੋ ਅਵਧੂਤੀ ਸ਼ਿਵਪੁਰੇ ਚੜ੍ਹੈ। ਉਹ ਚੜ੍ਹੇਗਾ ਭਾਈ ਸ਼ਿਵਪੁਰੀ ਦੇ ਵਿੱਚ। ਸ਼ਿਵ ਉਹ ਮਾਲਕ ਪਰਮਾਤਮਾ ਹੈ, ਸ਼ਕਤੀ ਮਾਇਆ ਹੈਗੀ। ਉਹ ਦਸਮ ਦੁਆਰ 'ਤੇ ਪਹੁੰਚੇਗਾ।
सो अवधूति शिवपुरे चढ़ा है। बोला है गोरख सत स्वरूप, हे गोरख बोल, तुम ही बोलेगा, तुम ही सत स्वरूप हो जाएगा। इनू परम तंत में रेखना रूप, उस परम तंत नू परमात्मा नू जे बोलेगा, उस मालक की भगती करेगा जिहदा कोई रूप रेख नहीं हैगा। आकार तो ये जिहड़ा हैगा किसी भी किस्म का आकार पाए, कोई भी आकार, कोई भी जिहड़ा हैगा, कोई पत्थर की मूर्ति होए, कोई धार्मिक ग्रंथ होए, कुछ भी होए, आकार दे विच ओहदी भगती नहीं, निराकार की भगती करनी। कोई बंदा, कोई महापुरख ना। बाणी पहली पातशाही दी हैगी, परम तंत में रेख ना रूप, ना कोई रूप ना रेख। बोले गोरख सत स्वरूप, परम तंत में रेख ना रूप। ਵੀਰ ਜੀ हाँ जी। ਉਹ ਕਈ ਵਾਰੀ ਮਾਫ ਕਰਨਾ ਮੈਂ ਟਾਈਮ ਲਾ ਰਿਹਾ ਪਾ ਦਿੰਦੇ ਆ ਜੀ ਆ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ, ਫੋਟੋ ਲਾ ਦਿੰਦੇ ਆ। हाँ ਇਹ ਗਲਤ ਗੱਲ ਆ। ਬਿਲਕੁਲ ਗਲਤ ਹੈ ਵੀਰ ਜੀ, ਬਿਲਕੁਲ। ਆਕਾਰ ਦੇ ਵਿੱਚ ਤਾਂ ਆਪਾਂ ਨੇ ਜਾਣਾ ਹੀ ਨਹੀਂ ਹੈ ਵੀਰ ਜੀ, ਦੇਖੋ ਜਾਣਾ ਹੀ ਨਹੀਂ ਹੈਗਾ। ਆ ਜਿਹੜੇ ਗੁਰੂ ਗ੍ਰੰਥ ਸਾਹਿਬ ਹੈਗੇ, ਇਹਦੇ ਵਿੱਚ ਪਰਮਾਤਮਾ ਦੇ ਬੋਲ ਆ ਭਾਈ। ਇਹ ਜਿਹੜਾ ਹੈਗਾ, ਇਹ ਮਾਲਕ ਪਰਮਾਤਮਾ ਦੀ ਜਾਗਤ ਜੋਤ ਤਾਂ ਕਹਿੰਦੇ ਇਹਨੂੰ, ਕਿਉਂਕਿ ਇਹਦੇ ਵਿੱਚ ਡਾਇਰੈਕਟ ਜਿਹੜਾ ਹੈਗਾ ਜੇ ਬਾਣੀ ਆਈ ਹੈ ਉਹੀ ਜੀ ਦਰਜ ਹੋਈ ਹੈ। ਉਹਦੇ ਵਿੱਚ ਮਿਲਾਵਟ ਨਹੀਂ ਆ, ਔਰ ਉਹਨਾਂ ਨੇ ਜਿਨ੍ਹਾਂ ਨੂੰ ਆਈ ਆ ਉਹਨਾਂ ਨੇ ਦਰਜ ਕੀਤੀ ਹੈ। ਨਾਲੇ ਉਹ ਤਾਂ ਖੁਦ ਵੀ ਆਕਾਰ ਚ ਹੁੰਦੇ ਹੋਏ ਨਿਰਾਕਾਰ ਦੇ ਵਿੱਚ ਭੇਦ ਹੋ ਗਏ, ਤੇ ਅਸੀਂ ਉਹ ਪਿੱਛੇ ਨੂੰ ਮੁੜ ਕੇ ਬਹਿ ਗਏ। ਔਰ ਨਾਲੇ ਉਹ ਆਪਣੇ ਆਪ ਨੂੰ ਕਹਿੰਦੇ ਮੈਂ ਦਾਸਾਂ ਦੇ ਦਾਸ, ਗੋਲਿਆਂ ਦੇ ਗੋਲੇ, ਆਪਣਾ ਤਾਂ ਨਾਮ ਵੀ ਨਹੀਂ ਲਿਖਿਆ ਇਹਦੇ ਵਿੱਚ। ਔਰ ਇਹ ਗਿਆਨ ਹੈਗਾ ਸਿਰਫ ਇਹ ਪਰਮਾਤਮਾ ਜੇ ਚਾਹੀਦਾ ਹੈ ਭਾਈ, ਉਹਦੇ ਇਹ ਬੋਲ ਹੈਗੇ ਆ, ਤੇ ਇਹ ਬੋਲ ਪਰਮਾਤਮਾ ਨਹੀਂ ਹੋ ਸਕਦੇ। ਇਹ ਵੀ ਗੱਲ ਯਾਦ ਰੱਖੋ, ਪਰਮਾਤਮਾ ਉਹਦੇ ਕੋਲੋਂ ਆਏ ਆ ਬੋਲ। ਆ ਬੋਲ ਜਿਹੜੇ ਇਹੋ ਜਿਹੇ ਜਿਹੜੇ ਹੈਗੇ ਬੋਲ ਪਰਮਾਤਮਾ ਹੋਰ ਵੀ ਦੇ ਸਕਦਾ ਹੈ। ਉਹ ਪਰਮਾਤਮਾ ਇਸ ਤੋਂ ਉੱਪਰ ਹੈ। ਸੋ ਅਵਧੂਤੀ ਸ਼ਿਵਪੁਰ ਚੜਾ ਹੈ। ਹਾਂਜੀ ਵਾਹਿਗੁਰੂ ਜੀ, ਜਿਹੜਾ ਇਹ ਪ੍ਰਮਾਤਮਾ ਦਾ ਜਿਹੜਾ ਨਾਮ ਆ, ਤਾਂ ਹੀ ਆਪਾਂ ਕਹਿੰਦੇ ਕਿ ਪ੍ਰਭ ਦਾ ਨਾਮ ਜਿਹੜਾ ਹੈਗਾ ਜੀ, ਇਹ ਵੱਖਰਾ ਹੈ ਤੇ ਪ੍ਰਮਾਤਮਾ ਵੱਖਰਾ ਜੀ। ਮਿਹਰਬਾਨੀ ਜੀ ਤੁਹਾਡੀ। ਨਾਮ ਦੇ ਦੁਆਰਾ ਨਾਮੀ ਕੋਲ ਜਾਣਾ ਹੈ। ਬਿਲਕੁਲ ਹਾਂਜੀ, ਕਿ ਨਾਮ ਵੱਖਰਾ ਭਾਵੇਂ ਕਿ ਪ੍ਰਮਾਤਮਾ ਦੀ ਆਵਾਜ਼ ਆ ਉਹ। ਬਿਲਕੁਲ ਬਸਾਓ ਵਾਲੀ ਗੱਲ ਜਿਹੜੀ ਹੈਗੀ ਆ, ਪਰ ਉਹ ਦੇਖੋ ਨਾਮ ਵੱਖਰਾ, ਉਹਦੀ ਆਵਾਜ਼ ਜਿਹੜੀ ਵੱਖਰੀ ਆ, ਪ੍ਰਮਾਤਮਾ ਵੱਖਰਾ ਜੀ। ਬੋਲ ਭਾਜੀ ਆਕਾਰਾਂ ਚ ਪੈ ਕੇ ਤਾਂ ਹੋਰ ਲੋਸਟ ਹੋਈ ਜਾਂਦੇ ਆ। ਜਿੰਨੇ ਜ਼ਿਆਦਾ ਆਕਾਰ ਦੇਖਦੇ ਆ ਉਹਦੇ ਵਿੱਚ ਹੀ ਗਵਾਚੀ ਜਾਂਦੇ। ਬਾਹਰਲੀ ਦੁਨੀਆ ਚ ਅੰਦਰ ਜਾਣ ਦਾ ਟਾਈਮ ਹੀ ਨਹੀਂ ਲੱਗਦਾ। ਅੰਦਰ ਜਾਣ ਤੇ ਭੁਲੇਖਿਆਂ ਜੀ ਪਈ ਜਾਂਦੇ ਆ। ਗੱਲ ਬਿਲਕੁਲ ਸਹੀ ਆ। ਉਹ ਤਾਂ ਇੱਕ ਐਬਸਟਰੈਕਟ ਚੀਜ਼ ਆ ਜਿਹਦੇ ਵਿੱਚ ਅਸੀਂ ਖੁੱਬਣਾ ਜਾਣਾ, ਜਿਹਦੇ ਵਿੱਚ ਜਾ ਕੇ ਜੋਤ ਚ ਜੋਤ ਸਮਾਉਣੀ। ਬੋਲੇ ਗੋਰਖ ਸਤ ਸਰੂਪ, ਉਹ ਤਾਂ ਸਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ ਭਾਈ, ਹਮੇਸ਼ਾ ਰਹਿਣ ਵਾਲਾ ਹੈ। ਉਹ ਸਤ ਸਰੂਪ ਹੈ, ਉਹ ਮਾਲਕ ਪਰਮਾਤਮਾ ਦਾ। ਜਿਹੜਾ ਆਪਾਂ ਵੀ ਸਤ ਸਰੂਪ ਹੈ, ਆਪਾਂ ਆਹੀ ਗੇਮ ਆ। ਆਪਾਂ ਨੂੰ ਜਿਹੜਾ ਹੈਗਾ ਕੱਚ ਸਰੂਪ ਦੇ ਵਿੱਚ ਮਾਲਕ ਨੇ ਭੇਜਿਆ ਹੈ, ਇਹਦੇ ਤੇ ਸਤ ਸਰੂਪ ਦੇ ਵਿੱਚ ਆਉਣਾ ਹੈ ਵਾਪਸ। ਇਹ ਜੋ ਮਾਇਆ, ਜੋ ਆਕਾਰ, ਇਹ ਆਕਾਰ ਇਹੀ ਤਾਂ ਗੇਮ ਹੈਗੀ ਭਾਈ। ਆਕਾਰ ਦੀ ਤਾਂ ਗੇਮ ਹੈਗੀ ਹੈ, ਆਕਾਰ ਦੀ ਗੇਮ ਹੈ। ਆਪਾਂ ਆਕਾਰ ਦੇ ਵਿੱਚ ਪਰਮਾਤਮਾ ਨੂੰ ਜਿਹੜਾ ਹੈਗਾ ਉਹਨੂੰ ਉਹ ਕਰਤਾ। ਪਰਮਾਤਮਾ ਨੂੰ ਕਹਿੰਦੇ ਆਪਾਂ ਕਹਿੰਦੇ ਤੂੰ ਵੀ ਆ ਜਾ ਆਕਾਰ ਦੇ ਵਿੱਚ, ਬਸ ਖਤਮ ਹੋ ਗਈ ਕਹਾਣੀ। ਫਿਰ ਆਪਾਂ ਨੇ ਆਕਾਰ ਦੇ ਵਿੱਚੋਂ ਨਿਕਲਣਾ ਕਿਵੇਂ ਹੈ? ਆਕਾਰ ਤਾਂ ਛੱਡਣਾ ਹੈ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਬਹੁਤ ਈਜ਼ੀ ਹੈ ਨਾ, ਆਕਾਰ ਦੇ ਵਿੱਚ ਪਰਮਾਤਮਾ ਨੂੰ ਲੈ ਆਓ, ਗੱਲ ਖਤਮ ਹੋ ਗਈ ਬਸ। ਭਗਤੀ ਅੱਗੇ ਜਾਣ ਦੀ ਲੋੜ ਹੀ ਨਹੀਂ ਹੈ। ਇਹ ਦੇਖੋ ਗੋਰਖਨਾਥ ਨੂੰ ਕਿਹਾ ਹੈ, ਗੋਰਖਨਾਥ ਨੂੰ ਡਾਇਰੈਕਟ ਕਮਿਊਨੀਕੇਸ਼ਨ, ਡਾਇਰੈਕਟ 1 to 1 ਗੱਲ ਹੋਈ ਹੈ ਗੋਰਖ ਦੇ ਨਾਲ। ਬੋਲਾ ਹੈ, ਬੋਲੇ ਨਹੀਂ ਲਿਖਿਆ। ਇੱਕ ਲਾਮ ਨਹੀਂ ਹੈ, 2 ਲਾਮਾਂ ਹੈਗੀਆਂ ਹਰੇਕ ਦੇ ਵਿੱਚ। ਇਹ ਦਰਸ਼ਨ ਕਰਨੇ ਚਾਹੀਦੇ। ਜਦ ਤੱਕ ਬਾਣੀ ਦੇ ਦਰਸ਼ਨ ਨਹੀਂ ਕਰਾਂਗੇ ਕਿਵੇਂ ਪਤਾ ਲੱਗੇਗਾ ਭਾਈ? ਇਹ ਸਾਰੇ ਦੇ ਸਾਰੇ ਰਾਜੇ ਸੀਗੇ। ਗੋਪੀ ਚੰਦ ਹੋਏ, ਗੋਰਖਨਾਥ ਹੋਏ, ਔਰ ਜਿਹੜੇ ਹੈਗੇ ਉਹ ਭਰਥਰੀ ਹੋਏ।
और महला पहला, सो उदासी जे पाले उदास। उदासी कौन आ? उदासी कहते हैं भाई उदास है माया तो स्वादां तो, कहते वो उदास है ਜਿਹੜਾ ਜਿਹੜਾ ਦਿਸਦਾ ਹੈ ਪਤਾ ਲੱਗਦਾ ਹੈ, ਜਿਹੜਾ ਨਹੀਂ ਲੈਂਦਾ ਸਵਾਦ, ਜਿਹਦਾ ਕੰਟਰੋਲ ਹੈਗਾ, ਕਹਿੰਦੇ ਉਹ ਉਦਾਸੀ ਹੈਗਾ। ਬਾਕੀ ਉਦਾਸੀ ਮਤ ਹੈਗਾ, ਉਦਾਸੀ ਮਤ ਜਿਹੜੇ ਹੈਗੇ ਆ ਉਹ ਹਾਲੇ ਵੀ ਉਹਨਾਂ ਦੇ ਹੈਗੇ ਅਖਾੜੇ। ਸੋ ਉਦਾਸੀ ਉਹੀ ਉਹਨਾਂ ਦੀ ਗੱਲ ਕਰ ਰਹੇ ਆ, ਕਹਿੰਦੇ ਉਦਾਸੀ ਤਾਂ ਆ ਇਹਨੂੰ ਕਹਿ ਸਕਦੇ ਹਾਂ ਅਸੀਂ ਭਾਈ, ਤੁਸੀਂ ਤਾਂ ਉਦਾਸ ਹੋਏ ਨਹੀਂ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਕਹਿੰਦੇ ਇੱਥੇ ਅਰਧ ਦੇ ਵਿੱਚ ਔਰ ਉਰਧ ਦੇ ਵਿੱਚ ਜਿਹੜਾ ਹੈਗਾ ਜੋ ਮੈਟਰ ਔਰ ਜਿਹੜਾ ਹੈਗਾ ਉਹਨੂੰ ਕਹਿੰਦੇ ਆਕਾਰ ਔਰ ਨਿਰਾਕਾਰ, ਦੋਨਾਂ ਦੇ ਵਿੱਚ ਉਹ ਨਿਰੰਜਨ ਵਾਸ ਕਰ ਰਿਹਾ ਹੈ ਭਾਈ। ਨਿਰੰਜਨ ਮਾਇਆ ਤੋਂ ਰਹਿਤ ਉਹ ਮਾਲਕ ਪਰਮਾਤਮਾ। ਉਹ ਉਦਾਸੀ ਹੈ ਜਿਹਦੇ ਅੰਦਰ ਜਿਹੜਾ ਹੈਗਾ ਜਿਹਨੂੰ ਉਹ ਹਰ ਜਗ੍ਹਾ ਤੇ ਨਿਰੰਜਨ ਨਜ਼ਰ ਆਉਂਦਾ ਹੈ। ਅਰਧ ਔਰ ਉਰਧ ਦੇ ਵਿੱਚ ਕਰੇ ਨਿਰੰਜਨ ਵਾਸ। ਚੰਦ ਸੂਰਜ ਕੀ ਪਾਏ ਗੰਢ। ਚੰਦ ਕਹਿੰਦੇ ਆ ਸ਼ਾਂਤੀ ਠੰਡਕ, ਸੂਰਜ ਕਹਿੰਦੇ ਆ ਗਿਆਨ ਪ੍ਰਕਾਸ਼। ਕਹਿੰਦੇ ਦੋਨੋਂ ਦੇ ਦੋਨੋਂ ਹੋਣ, ਸ਼ਾਂਤੀ ਵੀ ਹੋਏ ਔਰ ਗਿਆਨ ਵੀ ਹੋਏ, ਦੋਨੋਂ ਦੇ ਦੋਨੋਂ। ਇਹਨਾਂ ਦੀ ਗੰਢ ਦੋਨੋਂ ਹੀ। ਚੰਦ ਸੂਰਜ ਕੀ ਪਾਏ ਗੰਢ, ਇਹ ਜਿਹੜੀ ਅਕਾਲੀ ਆਪਾਂ ਈੜਾ ਪਿੰਗਲਾ ਇਹਦੀ ਗੰਢ ਪਾ ਲਈ ਬਸ। ਇਹ ਚੰਦ ਸੂਰਜ ਕੀ ਪਾਏ ਗੰਢ, ਸ਼ਾਂਤੀ ਔਰ ਜਿਹੜਾ ਹੈਗਾ ਗਿਆਨ प्रकाश। चंद सूरज की पाए गंढ, तिस उदासी का पड़े ना कंत। कहते ਉਹ ਜਿਹੜਾ ਉਦਾਸੀ, ਇਹੋ ਜਿਹਾ ਉਦਾਸੀ ਜਿਹੜਾ ਹੈਗਾ, ਇਹੋ ਜਿਹਾ ਜਿਹੜਾ ਜਿਹਨੇ ਆਹ ਰੂਟੀਨ ਪਾੜ ਲਿਆ, ਆਹ ਰੂਟੀਨ ਹੈਗਾ ਜਿਹਦਾ ਹਰੇਕ ਪਾਸੇ ਜਿਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ, ਅਰਧ ਉਰਧ ਕਰੇ ਨਿਰੰਜਨ ਵਾਸ, ਜਿਹਦੇ ਅੰਦਰ ਸ਼ਾਂਤੀ ਹੈਗੀ ਔਰ ਜਿਹਦੇ ਅੰਦਰ ਪ੍ਰਕਾਸ਼ ਹੈਗਾ, ਗਿਆਨ ਹੈਗਾ, ਦੋਨੋਂ ਹੀ ਹੈਗੇ। ਤਿਸ ਉਦਾਸੀ ਕਾ ਪੜੇ ਨਾ ਕੰਤ। ਉਸ ਉਦਾਸੀ ਦਾ ਜਿਹੜਾ ਹੈਗਾ ਆ ਸਰੀਰ, ਮਨੁੱਖੀ ਸਰੀਰ ਜਿਹੜਾ ਹੈਗਾ ਵੇਸਟ ਨਹੀਂ ਜਾਏਗਾ। ਤਿਸ ਉਦਾਸੀ ਕਾ ਪੜੇ ਨਾ ਕੰਧ। ਕੰਧ ਮਤਲਬ ਸਰੀਰ। ਬਾਕੀ ਜਿਹੜੇ ਹੈਗੇ ਉਹ ਸਰੀਰ ਬਸ ਡਿੱਗ ਪਿਆ, ਖਤਮ, ਵੇਸਟ ਹੋ ਗਿਆ। बोला गोपी चंद सत स्वरूप, परम तंत में रेख ना रूप। हे गोपी चंद क्यों नहीं बोलता उस सत स्वरूप मालक परमात्मा ਨੂੰ? ਬੋਲੇਗਾ ਉਸ ਮਾਲਕ ਪਰਮਾਤਮਾ ਜਿਹਦਾ ਰੇਖ ਰੂਪ ਨਹੀਂ ਹੈਗਾ। ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਪੁਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬੋਲੇਗਾ ਤੇ ਉਹਦਾ ਸਰੂਪ ਹੋ ਜਾਏਗਾ, ਉਹਦੇ ਵਰਗਾ ਹੋ ਜਾਏਗਾ। महला पहला, सो पाखंडी जे काया पखाले। पाखंडी का मतलब होंदा है भी पखंड करने वाला, ढोंग करने वाला। एक पाखंडी का मतलब है ये दो अखरां दे नाल भी यदि संधि करिए, पाप खंडी, पाप नू खंडन करने वाले। ये जोगियां दा एक फिरका हैगा, अपने आप नू पाखंडी कहंदे। सो पाखंडी जे काया पखाले। चरपट सीगा इन्हां दा लीडर। सो पाखंडी जे काया पखाले। ਕਹਿੰਦੇ ਆ ਸਰੀਰ ਦਿੱਤਾ ਹੋਇਆ, ਇਹ ਸਰੀਰ ਜਿਹੜੇ ਹੈਗੇ ਇਹਦੇ ਔਗੁਣ ਜਿਹੜੇ ਹੈਗੇ, ਇਹਦੇ ਅੰਦਰ ਜਿਹੜਾ ਹੈਗਾ ਇਹ ਮਨ ਦੀ ਮੈਲ ਜਿਹੜੀ ਚੜੀ ਹੋਈ ਆ, ਇਹ ਮਨ ਜਿਹੜਾ ਹੈਗਾ ਇਹ ਸਰੀਰ ਦੇ ਭੋਗਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਇਹ ਮੈਲ ਜਿਹੜੇ ਫਿਰਕਾ ਸੀ ਨਾ ਜੀ। ਹਾਂਜੀ, ਇਹ ਫਿਰਕਾ ਸੀ ਜੋਗੀਆਂ ਦਾ ਨਾ ਜੀ, ਹੈ ਨਾ? ਹਾਂ, ਫਿਰਕਾ ਸੀਗਾ ਇਹ ਜਿਹੜਾ ਹੈਗਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਜਿਹੜਾ ਆਪਣੀ ਆਹ ਮੈਲ, ਮਨ ਦੀ ਮੈਲ ਨੂੰ ਦੂਰ ਕਰਦਾ ਹੈ। ਇਹ ਕਾਇਆ ਪਕਾਇਆ ਕਿਵੇਂ ਮਨ ਦੀ ਮੈਲ ਦੂਰ ਕਰਨੀ ਹੈ? ਇਹ ਕੀ ਹੁੰਦਾ ਹੈ ਮਨ ਦੀ ਮੈਲ ਦੇ ਨਾਲ? ਇਹ ਭਾਈ ਪ੍ਰਾਣ ਸ਼ਕਤੀ ਜਿਹੜੀ ਮਿਲੀ ਹੋਈ ਆ ਉਹ ਸਾਰੀ ਦੀ ਸਾਰੀ 9 ਦਰਵਾਜ਼ਿਆਂ ਤੋਂ ਚਲੇ ਜਾਂਦੀ ਆ ਤੇ 10ਵਾਂ ਦਵਾਰ ਤਾਂ ਖੁੱਲੂਗਾ ਨਹੀਂ, ਕਿਉਂਕਿ ਤਾਕਤ ਹੀ ਨਹੀਂ ਹੈ, ਪ੍ਰਾਣ ਸ਼ਕਤੀ ਨਹੀਂ ਹੈ।
ਬ੍ਰਹਮ ਅਗਨੀ ਕਿਸ ਤਰ੍ਹਾਂ ਪੈਦਾ ਹੋਏਗੀ? ਬ੍ਰਹਮ ਅਗਨੀ ਪੈਦਾ ਹੋਏਗੀ ਤੇ ਸੰਸਕਾਰ ਸੜਨਗੇ। ਸੰਸਕਾਰ ਕਿਵੇਂ ਸੜਨਗੇ ਜਦ ਬ੍ਰਹਮ ਅਗਨੀ ਪੈਦਾ ਨਹੀਂ, ਅੱਗ ਹੀ ਨਹੀਂ ਹੈਗੀ ਤੇ ਕੋਈ ਚੀਜ਼ ਸੜੂਗੀ ਕਿਵੇਂ ਪਾਏ? ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਕਾਇਆ ਕੀ ਅਗਨ ਕੀ ਹੈਗੀ? ਪ੍ਰਾਣ ਸ਼ਕਤੀ। ਇਹਦੇ ਨਾਲ ਬ੍ਰਹਮ ਅਗਨ ਪੈਦਾ ਕਰੇ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਸੁਪਨੇ ਬਿੰਦ ਨ ਦੇਈ ਝਰਣਾ, ਤਿਸ ਪਾਖੰਡੀ ਜਰਾ ਨਾ ਮਰਨਾ। ਇਹ ਜਿਹੜੇ ਹੈਗੇ ਸੇਮ ਦੇ ਸੇਮ ਵਰਡ ਜਿਹੜੇ ਹੈਗੇ, ਇਹ ਸੁਪਨੇ ਬਿੰਦ ਨਾ ਦੇਈ ਚਰਨਾ ਕਬੀਰ ਜੀ ਨੇ ਵੀ ਯੂਜ਼ ਕੀਤੇ ਹੈ। ਸੇਮ ਦੇ ਸੇਮ ਵਰਡ ਕਬੀਰ ਜੀ ਨੇ ਵੀ ਯੂਜ਼ ਕੀਤੇ ਹੈ। ਉਹ ਕਬੀਰ ਜੀ ਦਾ ਸ਼ਬਦ ਆਉਂਦਾ ਹੈ ਜਿਹੜਾ ਹੈਗਾ ਆਪਣੇ ਪ੍ਰਭਾਤੀ ਦੇ ਵਿੱਚ ਹੈ, ਸ਼ਾਇਦ ਨਹੀਂ, ਭੈਰੋ ਰਾਗ ਦੇ ਵਿੱਚ ਆਉਂਦਾ ਹੈ। ਸੋ ਮੁੱਲਾ ਜੋ ਮਨ ਸਿਓ ਲੜੈ, ਇਹ ਸ਼ਬਦ ਹੈਗਾ ਕਬੀਰ ਜੀ ਦਾ। ਇਹਦੇ ਵਿੱਚ ਜਿਹੜਾ ਹੈਗਾ ਇਹ ਆਉਂਦਾ ਪੂਰਾ, ਉਹਦੇ ਵਿੱਚ ਜਿਹੜਾ ਹੈਗਾ ਆਪਾਂ ਪੜ੍ਹ ਲੈਂਦੇ ਹਾਂ। ਸੋ ਮੁੱਲਾ ਜੋ ਮਨ ਸਿਓ ਲੜੈ, ਗੁਰ ਉਪਦੇਸ਼ ਕਾਲ ਸਿਓ ਜੁਰੈ। ਕਾਲ ਪੁਰਖ ਕਾ ਮਰਦੇ ਮਾਨ, ਤਿਸ ਮੁੱਲਾ ਕੋ ਸਦਾ ਸਲਾਮ। ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। काजी सो जो काया विचार है, काया की अगन है ब्रह्म पर जा रहा है। सेम चीज़ कहते काया की अगन ब्रह्म पर जा रहे। देखो इतने की कर रहे, काया की अगन है ब्रह्म पर जाले लिखा, कबीर जी कहते पर जा रहा है। सुपने बिंद न दे चरना, किन्ना ज़्यादा है काम दे बारे, किन्नी ज़्यादा जिहड़ी हैगी, कहते मैक्सीमम 80% ਤਾਂ ਇਹੀ ਜਿਹੜਾ ਹੈਗਾ ਜਿਹੜੀ ਹੈਗੀ ਇਹ ਪ੍ਰਾਣ ਸ਼ਕਤੀ ਖਾ ਜਾਂਦਾ ਹੈ। ਸੁਪਨੇ ਬਿੰਦ ਨਾ ਦੇ ਚਰਨਾ, ਤਿਸ ਪਾਖੰਡੀ ਜਰਾ ਨਾ ਮਰਨਾ। ਹੋਇਆ ਪਾਪਖੰਡੀ ਪਾਈ, ਉਹਨੂੰ ਜਿਹੜਾ ਹੈਗਾ ਉਹ ਆਤਮਿਕ ਮੌਤ ਨਹੀਂ ਹੋਏਗੀ। ਜਰਾ ਨਾ ਮਰਨਾ ਮਤਲਬ ਵੀ ਬੁਢੇਪਾ ਨਹੀਂ ਆਏਗਾ, ਨਹੀਂ, ਆਤਮਿਕ ਮੌਤ ਨਹੀਂ ਹੋਏਗੀ। ਜਰਾ ਜਿਹੜਾ ਹੈਗਾ ਬੁਢੇਪੇ ਦੇ ਵਿੱਚ ਵੀ ਉਹ ਜਿਹੜਾ ਹੈਗਾ ਬੰਦਗੀ ਕਰ ਸਕੇਗਾ। ਵੀਰ ਜੀ ਉਹਦੇ ਚ ਕਾਜੀ ਨੂੰ ਉਪਦੇਸ਼ ਦੇ ਰਹੇ ਆ, ਇੱਥੇ ਉਹ ਪਖੰਡੀ ਫਿਰਕਾ ਜਿਹੜਾ ਇਹਨਾਂ ਦਾ ਜੋਗੀਆਂ ਦਾ, ਉਹਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਰਹੇ। ਬਿਲਕੁਲ, ਦੇਖੋ ਇੰਨਾ ਹੀ ਆ, ਇੰਨਾ ਹੀ ਫਰਕ ਆ। ਇੱਥੇ ਚਰਪਟ ਨੂੰ ਉਪਦੇਸ਼ ਦੇ ਰਿਹਾ, ਬੋਲੇ ਚਰਪਟ ਸਤ ਸਰੂਪ। ਚਰਪਟ ਨੂੰ ਕਹਿ ਰਹੇ ਆ ਭਾਈ ਬੋਲ, ਤੂੰ ਵੀ ਬੋਲ, ਤਾਂ ਤੇਰੇ ਪਾਪ ਖੰਡੇ ਜਾਣਗੇ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮੈਂ ਰੇਖਨਾ ਰੂਪ। ਦੇਖੋ ਹਰੇ ਆਖਰੀ ਲਾਈਨਾਂ ਸੇਮ ਦੀਆਂ ਸੇਮ ਲਾਈਨਾਂ ਹੈ। ਹਰੇਕ ਨੂੰ ਉਹਨਾਂ ਦੇ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਗੁਰੂ ਸੀਗੇ, ਇਹਨਾਂ ਨੂੰ ਦੱਸੇ ਜਿਹੜੇ ਰਾਜੇ ਸੀਗੇ, ਪਹਿਲਾਂ ਹੀ ਰਾਜੇ ਸੀਗੇ, ਉੱਥੇ ਵੀ ਰਾਜੇ, ਉਹਨਾਂ ਦੇ ਉੱਤੇ ਜੋਗੀਆਂ ਦੇ ਉੱਤੇ ਵੀ ਰਾਜੇ ਸੀਗੇ। ਇਹ ਇਹਨਾਂ ਦੇ ਹੀ ਚੇਲੇ ਸੀਗੇ। ਰਾਜੇ ਨੇ ਤਾਂ ਜਦ ਰਾਜਾ ਹੈਗਾ ਤੇ ਉੱਥੇ ਵੀ ਰਾਜਾ ਹੀ ਹੈ ਭਾਈ। ਕੰਟਰੋਲਿੰਗ ਪਾਵਰ ਤਾਂ ਉੱਥੇ ਵੀ ਹੈਗੀ। ਮਹਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਕਹਿੰਦੇ ਅਸਲ ਬੈਰਾਗੀ ਉਹ ਹੈਗਾ ਜਿਹੜਾ ਮਾਇਆ ਵੱਲੋਂ ਉਲਟਾ ਦੇ ਆਪਣੀ ਬਿਰਤੀ ਨੂੰ, ਬ੍ਰਹਮ ਵੱਲ ਉਲਟ ਜਾਏ, ਪਰਮਾਤਮਾ ਵੱਲ, ਮਾਇਆ ਵੱਲੋਂ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਜੇ ਜਿਹੜਾ ਗਗਨ ਮੰਡਲ ਮੇ ਰੋਪੈ ਥਮ। ਦੇਖੋ ਹੁਣ ਕਿੱਥੇ ਬੈਠਣਾ ਹੈ ਆਪਾਂ ਨੇ। ਜਦ ਤੱਕ ਆਹ ਚੀਜ਼ਾਂ ਨਹੀਂ ਆਪਣੇ ਰੂਟੀਨ ਦੇ ਵਿੱਚ ਨਹੀਂ ਆਏਗੀ ਤੇ ਨਿਕਲ ਨਹੀਂ ਸਕਦੇ ਭਾਈ। ਇਹ ਕੋਈ ਜਿਹੜਾ ਪਰਥਰ ਵਾਸਤੇ ਥੋੜੀ ਨਾ ਹੈਗਾ, ਇਹ ਜੋਗੀਆਂ ਵਾਸਤੇ ਥੋੜੀ ਨਾ ਹੈਗਾ। ਆਪਾਂ ਇਹ ਯੋਗ ਤਾਂ ਆਪਾਂ ਕਰ ਰਹੇ ਹਾਂ, ਆਪਾਂ ਮਿਲਣਾ ਚਾਹੁੰਦੇ ਹਾਂ ਮਾਲਕ ਪਰਮਾਤਮਾ ਨੂੰ। ਸੋ ਵੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੈਂ ਰੋਪੈ ਥਮ। ਉੱਥੇ ਥਮ ਗੱਡ ਦੇ, ਰੋਪਣਾ ਗੱਡ ਦੇ, ਉੱਥੇ ਟਿਕਾਣਾ ਕਰੇ ਗਗਨ ਮੰਡਲ ਦੇ ਵਿੱਚ, ਉੱਥੇ ਬੈਠਕ ਕਰੇ। ਸੁੰਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਕਬੀਰ ਜੀ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਪੰਜਵੀਂ ਪਾਤਸ਼ਾਹੀ।
ਆ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਸੋ बैरागी जे उल्टे ब्रह्म गगन मंडल में रोपै थम। ਕਹਿੰਦੇ ਜੀ ਵਿਚਾਰ ਬੰਦ ਕਰਨੇ ਆ, ਕਿੱਥੇ ਲਿਖਿਆ ਆ ਇਸ ਤਰ੍ਹਾਂ ਦੀ ਭਗਤੀ ਜਿਹੜੀ ਹੈਗੀ, ਕਿੱਥੇ ਲਿਖੀ ਆ? ਆ ਦੇਖ ਲਓ ਭਾਈ, ਇੱਥੇ ਤਾਂ ਕਹਿੰਦੇ ਬੈਠਕ ਕਰਨੀ ਹੈ, ਉੱਥੇ ਥੰਮ ਗੱਡ ਦੇਣਾ ਵੀ ਆ ਮੇਰਾ ਏਰੀਆ ਹੈ, ਬਹਿ ਜਾਓ ਉੱਥੇ, ਬਸ ਜਿਵੇਂ ਝੰਡਾ ਕੱਢ ਦਿੰਦੇ ਆ, ਧਰਨਾ ਮਾਰਨ। ਹਾਂ ਧਰਨਾ ਮਾਰ ਲਿਆ। ਬਿਲਕੁਲ। ਸੋ बैरागी जे उल्टे ब्रह्म गगन मंडल में रोपै थम। अहनिस अंतर रहे ध्यान। अहनिस रात दिन, देखो कित्थे तक तकीद हैगी आ। अहनिस अंतर रहे ध्यान, अपने अंदर ही है वो जिहड़ा हैगा गगन मंडल, अंतर ध्यान रहे। अंतर ध्यान का की मतलब हुंदा है? विचार बंद। मैक्सीमम अहनिस का मतलब है ये बाणी जिहड़ी हैगी आ, ये बाणी का मतलब, अहनिस का मतलब है मुहावरा। जिस तरह जिहड़े हैगे रात दिन, और ये जिहड़ा हैगा मुहावरा नहीं, ये तो सत्य हो जाना है आटोमैटिकली। ਆਟੋਮੈਟਿਕਲੀ ਜਦ ਜਿਹਨੂੰ ਸਵਾਦ ਆ ਗਿਆ, ਜਦ ਆਪਾਂ ਦੁਨੀਆ ਦੇ ਸਵਾਦ ਆਉਂਦੇ ਉਹਨਾਂ ਨੂੰ ਨਹੀਂ ਛੱਡ ਪਾਉਂਦੇ, ਅਤੇ ਜਦ ਇਹ ਅੰਮ੍ਰਿਤ ਅਸਲੀ ਸਵਾਦ ਆ ਗਿਆ ਅਤੇ ਇਹਨੂੰ ਕਿੱਧਰੋਂ ਛੱਡ ਦਾਂਗੇ ਆਪਾਂ? ਅਹਨਿਸ ਅੰਤਰ ਰਹਿ ਧਿਆਨ ਤੇ ਵੈਰਾਗੀ ਸਤ ਸਮਾਨ। ਕਹਿੰਦੇ ਉਹ ਮਾਲਕ ਪਰਮਾਤਮਾ ਵਰਗੇ ਆ ਪਾਏ, ਉਹ ਵੈਰਾਗੀ ਹੈ, ਉਹ ਪਰਮੇਸ਼ਰ ਵਰਗਾ ਹੋ ਗਿਆ। ਬੋਲਾ ਭਰਥਰ ਸਤ ਸਰੂਪ। हे ਭਰਥਰੀ, ਤੂੰ ਕਿਉਂ ਨਹੀਂ ਬੋਲਦਾ ਉਸ ਸਤ ਸਰੂਪ ਨੂੰ? ਤੂੰ ਵੀ ਹੋ ਜਾਏਗਾ ਸਤ ਸਰੂਪ। ਕਿਹੜੇ ਸਤ ਸਰੂਪ ਨੂੰ? ਪਰਮ ਤੰਤ ਮੈਂ ਰੇਖ ਨਾ ਰੂਪ। ਉਸ ਦੇ ਵਿੱਚ ਕੋਈ ਉਹਦੀ ਰੇਖ ਆਕਾਰ ਨਹੀਂ ਹੈਗਾ ਉਹਦਾ, ਉਹ ਬਾਹਰੀ ਜਿਹੜਾ ਹੈਗਾ ਨਿਰਾਕਾਰ। ਮਹੱਲਾ ਪਹਿਲਾ। ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ। ਆ ਦੇਖ ਲਓ, ਫਿਰ ਦੱਸਦੇ ਆ, ਕਹਿੰਦੇ ਇਸ ਤੋਂ ਇਲਾਵਾ, ਆ ਹੁਣ ਸਾਰਿਆਂ ਨੂੰ ਦੱਸਤਾ, ਬੋਲੇ ਕਹਿੰਦੇ ਆ ਗਗਨ ਮੰਡਲ ਮੇ ਰੋਪੈ ਥਮ। ਇਸ ਤੋਂ ਇਲਾਵਾ ਕਹਿੰਦੇ ਹੋਰ ਕਿਹੜੇ ਤਰੀਕੇ ਦੇ ਨਾਲ ਪਾਏ, ਕਿਹੜੇ ਤਰੀਕੇ ਦੇ ਨਾਲ ਤੁਹਾਡਾ ਮਨ ਜਿਹੜਾ ਹੈਗਾ ਖੜ ਜਾਏਗਾ, ਮਨ ਦੀ ਵਾਸਨਾਵਾਂ ਹਟ ਜਾਣਗੀਆਂ। ਇਹ ਜਿਹੜਾ ਸੁਪਨੇ ਬਿੰਦ ਨਾ ਦੇ ਚੜਨਾ ਕਿਸ ਤਰੀਕੇ ਦੇ ਨਾਲ ਹੋਏਗਾ? ਕਿਉਂ ਮਰਿਆ ਮੰਦਾ, ਕਿਵੇਂ ਵਿਚਾਰ ਤੁਹਾਡੇ ਬੰਦ ਹੋ ਸਕਦੇ ਆ? ਮਰਿਆ ਮੰਦਾ ਦਾ ਮਤਲਬ ਆ ਮਾੜੇ ਪਾਸੇ ਜਾਣੋ, ਕਿਵੇਂ ਤੁਹਾਡੇ ਵਿਚਾਰ ਰੁਕ ਸਕਦੇ ਆ? ਕੋਈ ਤਰੀਕਾ ਦੱਸੋ। ਕਿਉਂ ਮਰਿਆ ਮੰਦਾ, ਕਿਉਂ ਜੀਵੈ, ਕਿਉਂ ਆਤਮਿਕ ਯਾਤਰਾ ਹੋਏ, ਕਿਉਂ ਆਤਮਿਕ ਜੀਵਨ ਜਿਹੜਾ ਮਿਲੇ? ਜੁਗਤ। ਇਸ ਤੋਂ ਇਲਾਵਾ ਕਿਹੜੀ ਜੁਗਤੀ ਹੈਗੀ? ਇਸ ਤੋਂ ਇਲਾਵਾ ਕਿਹੜੀ ਜੁਗਤੀ ਹੈਗੀ ਦੱਸੋ? ਇਹ ਉਹਨਾਂ ਨੂੰ ਪੁੱਛ ਰਹੇ ਭਾਈ, ਸਿੱਧਾਂ ਨੂੰ, ਸਾਰੇ ਜੋਗੀਆਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਸੰਬੋਧਨ ਕਰ ਰਹੇ ਹੁਣ। ਸਾਰੇ ਦੇ ਸਾਰੇ ਇਕੱਠੇ ਉਹਨਾਂ ਨੂੰ ਹੁਣ ਐਡਰੈਸ ਕਰ ਰਹੇ ਮਹਾਰਾਜ। ਆਪਾਂ ਵੀ ਉਹਨਾਂ ਦੇ ਵਿੱਚ ਬੈਠ ਜੀ ਜਾ ਕੇ। ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ। ਕੰਨ ਪੜਾਏ ਕਿਆ ਖਾਜੇ ਭੁਗਤ। ਕੰਨ ਪੜਾ ਕੇ ਕਹਿੰਦੇ ਆ ਜਿਹੜੇ ਹੈਗੇ ਮੰਗ ਕੇ ਦਰ ਤੋਂ ਜਿਹੜਾ ਹੈਗਾ ਭੋਜਨ ਕਰਕੇ, ਇਹਦੇ ਨਾਲ ਕੀ ਹੋਏਗਾ? ਕਹਿੰਦੇ ਕੀ ਕਰੀ ਜਾ ਰਹੇ ਹੋ ਤੁਸੀਂ? ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ। ਕੰਨ ਪੜਾਏ ਕਿਆ ਖਾਜੇ ਭੁਗਤ। ਆਸਤ ਨਾਸਤ ਏਕੋ ਨਾਉ। ਬਸ ਆਕਾਰ ਦੇ ਵਿੱਚ ਹੈਗੇ ਨਿਰਾਕਾਰ, ਬਸ ਸਰੀਰ, ਆਕਾਰ, ਸੰਸਾਰ, ਅਤੇ ਉਸ ਤੋਂ ਇਲਾਵਾ ਉਹ ਨਿਰਾਕਾਰ ਪਰਮਾਤਮਾ। ਸਿਰਫ ਇੱਕ ਨਾਮ ਹੈਗਾ ਬਸ। ਆਕਾਰ ਦੇ ਵਿੱਚ ਇਹ ਸੰਸਾਰ ਜਾਂ ਨਿਰਾਕਾਰ। ਆਸਤ ਨਾਸਤ, ਨਾਸਤ ਮਤਲਬ ਨਹੀਂ ਹੈਗਾ, ਆਸਤ ਮਤਲਬ ਹੈਗਾ। ਇਹ ਸੰਸਾਰ ਹੈਗਾ ਤੇ ਨਹੀਂ ਹੈਗਾ। ਉਸ ਤੋਂ ਬਾਅਦ ਇੱਕੋ ਨਾਮ, ਬਸ ਇੱਕੋ ਹੀ ਹੈਗਾ ਪਾਏ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ। ਇਹ ਮਰੇ ਮੰਦਾ ਔਰ ਜੀਵਨ ਦੀ ਜੁਗਤੀ ਵਾਸਤੇ, ਆਤਮਿਕ ਜੁਗਤੀ ਵਾਸਤੇ ਕੁਛ ਹੋਰ ਤਰੀਕਾ ਨਹੀਂ ਹੈਗਾ। ਕੌਣ ਸੋ ਅੱਖਰ ਜਿਤ ਰਹੇ ਹਿਆਓ। ਹੋਰ ਕੋਈ ਅੱਖਰ ਨਹੀਂ ਹੈਗਾ, ਕੋਈ ਤਰੀਕਾ ਨਹੀਂ ਹੈਗਾ ਜਿਹਦੇ ਨਾਲ ਇਹ ਜਿਹੜਾ ਹੈਗਾ ਮਨ ਟਿਕਾਣੇ ਦੇ ਵਿੱਚ ਰਹੇ। ਜਿਤ ਰਹੇ ਹਿਆਓ, ਹੋਰ ਕੋਈ ਤਰੀਕਾ ਨਹੀਂ ਹੈਗਾ।
ਇਹਦੇ ਹਿਰਦੇ ਦੇ ਵਿੱਚ ਇੱਥੇ ਹੀ ਟਿਕ ਜਾਏ ਇਨਸਾਨ, ਨਾ ਜਾਏ ਬਾਹਰ, ਨਾ ਜਿਹੜਾ ਮੰਦੀਆਂ ਵਾਸਨਾਵਾਂ ਜਿਹੜੀਆਂ ਹੈਗੀਆਂ, ਕਿਉਂ ਮਰੇ ਮੰਦਾ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ। ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹੇ ਹਿਆਓ। ਇਹ ਕੁਐਸਚਨ ਮਾਰ ਕੇ ਕਹਿੰਦੇ ਦੱਸੋ, ਇਸ ਤੋਂ ਇਲਾਵਾ ਦੱਸੋ ਹੋਰ ਕੀ ਤਰੀਕਾ ਹੈਗਾ। ਅੱਖਰ ਦਾ ਮਤਲਬ ਅੱਖਰ ਨਹੀਂ ਹੈ, ਅੱਖਰ ਦਾ ਮਤਲਬ ਅੱਖਰ ਨਹੀਂ ਹੈਗਾ। ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹੇ ਹਿਆਓ। ਧੂਪ ਛਾਂ ਜੇ ਸਮ ਕਰ ਸਹਿ। ਬਸ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਦੁੱਖ ਤੇ ਸੁੱਖ ਹੋਣੇ ਆ। ਕਹਿੰਦੇ ਸਮ ਦੇ ਵਿੱਚ ਆਹ ਪੱਲਾ ਨਾ ਛੱਡੇ, ਧਿਆਨ ਸਿਮਰਨ ਨਾ ਛੱਡੇ, ਭਗਤੀ ਨਾ ਛੱਡੇ, ਔਰ ਜਿਹੜਾ ਹੈਗਾ ਆਪਣੇ ਮਨ ਨੂੰ ਵਿਚਲਿਤ ਨਾ ਕਰੇ ਇਹ ਲਹਿਰਾਂ ਦੇ ਨਾਲ। ਧੂਪ ਛਾਂ ਜੇ ਸਮ ਕਰ ਸਹਿ, ਤਾਂ ਨਾਨਕ ਆਖੈ ਗੁਰ ਕੋ ਕਹੈ। ਤਾਂ ਮੈਂ ਮੰਨਦਾ ਹਾਂ, ਮਹਾਰਾਜ ਕਹਿ ਰਹੇ ਆ ਪਹਿਲੀ ਪਾਤਸ਼ਾਹੀ ਨਾਨਕ ਨੂੰ ਔਂਕੜ ਲਗਾ ਕੇ, ਤਾਂ ਮੈਂ ਮੰਨਦਾ ਵੀ ਗੁਰੂ ਦਾ ਸਿੱਖ ਹੈਗਾ ਭਾਈ, ਇਹ ਗੁਰੂ ਦੇ ਰਸਤੇ ਤੇ ਤੁਰ ਰਿਹਾ ਆ, ਤਾਂ ਮੈਂ ਮੰਨ ਸਕਦਾ ਹਾਂ, ਨਹੀਂ ਤਾਂ ਭਾਈ ਨਾ। ਤਾਂ ਨਾਨਕ ਆਖੈ ਗੁਰ ਕੋ ਕਹੈ। ਇਹ ਸਿੱਧਾਂ ਨੂੰ ਸਾਰੇ ਜੋਗੀਆਂ ਨੂੰ ਜਿਹੜੇ ਹੈਗੇ, ਉਹਨਾਂ ਦੇ ਜਿਹੜੇ ਪਰਥਰ ਜਿਹੜੇ ਹੈਗੇ ਗੋਪੀ ਚੰਦ, ਉਹ ਸਾਰਿਆਂ ਨੂੰ ਇਕੱਠਾ ਕਰਕੇ ਐਡਰੈਸ ਕਰਕੇ ਆ ਮਹਾਰਾਜ ਗਿਆਨ ਦੇ ਰਹੇ ਸਾਰ। ਧੂਪ ਛਾਂ ਜੇ ਸਮ ਕਰ ਸਹਿ, ਤਾਂ ਨਾਨਕ ਆਖੈ ਗੁਰ ਕੋ ਕਹੈ। 6 ਵਰਤਾਰੇ ਵਰਤੈ ਪੂਤ। ਬਸ 6 ਫਿਰਕੇ ਆ ਤੁਹਾਡੇ, ਬਸ ਉਹ ਜਿਹੜੇ ਹੈਗੇ ਤੁਸੀਂ ਜਿਹੜੇ ਹੈਗੇ ਪੇਕ ਬਣਾ ਕੇ ਵਰਤ ਰਹੇ, ਤੁਹਾਡੇ ਚੇਲੇ ਵੀ ਨਾਲ ਤੁਹਾਡੇ ਉਸੇ ਤਰੀਕੇ ਨਾਲ ਚੱਲ ਰਹੇ ਆ। 6 ਵਰਤਾਰੇ ਵਰਤੈ ਪੂਤ, ਨਾ ਸੰਸਾਰੀ ਨਾ ਅਵਧੂਤ। ਤੁਸੀਂ ਤਾਂ ਗ੍ਰਸਤੀ ਵੀ ਨਹੀਂ ਹੈਗੇ ਤੇ ਨਾ ਤੁਸੀਂ ਸਾਧੂ ਹੈਗੇ, ਉਹ ਭਾਈ ਤੁਸੀਂ ਤਾਂ ਵਿਚਾਲੇ ਹੋ ਗਏ। ਹੁਣ ਵਿਚਾਲੇ ਕੌਣ ਹੁੰਦਾ ਦੇਖ ਲਓ, ਨਾ ਆਦਮੀ ਨਾ ਔਰਤ। ਤੁਸੀਂ ਨਾ ਸੰਸਾਰੀ ਤੇ ਨਾ ਅਵਧੂਤ। ਦੇਖੋ ਕਿੰਨਾ ਜਿਹੜਾ ਹੈਗਾ ਜ਼ਬਰਦਸਤ ਜਿਹੜਾ ਹੈਗਾ, ਕਿੰਨਾ ਹਿਲਾ ਦਿੰਦਾ ਹੈ ਆਦਮੀ ਨੂੰ ਬਿਲਕੁਲ। 6 ਵਰਤਾਰੇ ਵਰਤੈ ਪੂਤ, ਔਰ ਐਸਾ ਬੋਲਣਾ, ਔਰ ਉਹਨਾਂ ਦੇ ਨਾਲ ਜੋਗੀਆਂ ਦੇ ਸਾਹਮਣੇ ਜਿਹੜਾ ਹੈਗਾ ਸਾਰੇ ਉਹਨਾਂ ਦੇ ਟੋਲੇ ਦੇ ਵਿੱਚ ਆ ਗੱਲ ਕਰਨੀ। 6 ਵਰਤਾਰੇ ਵਰਤੈ ਪੂਤ, ਨਾ ਸੰਸਾਰੀ ਨਾ ਅਵਧੂਤ। ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਜਿਹੜਾ ਕਹਿੰਦੇ ਜਿਹੜਾ ਨਿਰੰਕਾਰ ਦੇ ਵਿੱਚ ਮਾਲਕ ਪਰਮਾਤਮਾ ਜਿਹੜਾ ਸਾਰੇ ਸੰਸਾਰ ਨੂੰ ਦੇ ਰਿਹਾ ਆ, ਉਹਦੀ ਦਾਤ ਕਦੀ ਮੁੱਕਦੀ ਨਹੀਂ ਹੈਗੀ। ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨ ਵਾਲਾ ਭੀਖਿਆ ਮੰਗਣ ਜਾਊਗਾ। ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਕਾਦੇ ਵਾਸਤੇ, ਕਾਦੇ ਵਾਸਤੇ? ਪੌੜੀ ਅੱਜ ਤਾਂ ਹਿਲਾ ਦਿੱਤਾ ਮਹਾਰਾਜ ਨੇ। ਆ ਪੌੜੀ ਵਾਸਤੇ ਸੀਗੇ। ਹੁਣ ਦੇਖੀਏ ਵੀ ਪੌੜੀ ਕੀ ਕਹਿੰਦੀ ਹੈ ਭਾਈ। ਹਰ ਮੰਦਰ ਸੋਈ ਆਖੀਏ, ਜਿੱਥੋਂ ਹਰ ਜਾਤਾ। ਕਹਿੰਦੇ ਇੰਨੇ ਸਰੀਰ ਹੈਗੇ, ਸਾਰਿਆਂ ਦੇ ਵਿੱਚ ਹਰੀ ਹੈਗਾ, ਪਰ ਸਾਰਿਆਂ ਨੂੰ ਕਹਿੰਦੇ ਹਰਮੰਦਰ ਨਹੀਂ ਕਹਿ ਸਕਦੇ। ਸਾਰਿਆਂ ਨੂੰ ਹਰਮੰਦਰ ਨਹੀਂ ਕਹਿ ਸਕਦੇ। ਜਿਹਦੇ ਵਿੱਚ ਹਰੀ ਪ੍ਰਗਟ ਹੋਏ ਉਹਨੂੰ ਕਹਿੰਦੇ ਹਰਮੰਦਰ ਹੈ। ਜਿਹਦੇ ਵਿੱਚੋਂ ਪਰਮਾਤਮਾ ਨੂੰ ਜਾਣ ਲਿਆ, ਜਿੱਥੋਂ ਹਰ ਜਾਤਾ, ਜਿਸ ਨੇ ਵੀ ਜਾਣ ਲਿਆ ਉਹ ਹਰਮੰਦਰ ਹੋ ਗਿਆ। ਉਹ ਸਰੀਰ ਹਰਮੰਦਰ ਹੋ ਗਿਆ। ਹਰਮੰਦਰ ਸੋਈ ਆਖੀਏ, ਜਿੱਥੋਂ ਹਰ ਜਾਤਾ। ਔਰ ਹੈ ਮਨੁੱਖ ਸਰੀਰ, ਇਹਦੇ ਅੰਦਰ ਹੀ ਪਰਮਾਤਮਾ ਹੈਗਾ, ਗੁਪਤ ਹੈਗਾ। ਆਪਣੀ ਆਤਮਾ ਹਰੇਕ ਦੇ ਅੰਦਰ ਹੈਗੀ। ਹਰਮੰਦਰ ਸੋਈ ਆਖੀਏ, ਜਿੱਥੋਂ ਹਰ ਜਾਤਾ। ਆਪਾਂ ਤਾਂ ਆਤਮਾ ਨੂੰ ਹੀ ਨਹੀਂ ਜਾਣਦੇ, ਪਰਮਾਤਮਾ ਨੂੰ ਕਿਵੇਂ ਜਾਣਾਂਗੇ? ਹਰਮੰਦਰ ਸੋਈ ਆਖੀਏ, ਜਿੱਥੋਂ ਹਰ ਜਾਤਾ। ਮਾਨਸ ਦੇ ਗੁਰਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਇਹ ਮਾਨਸ ਦੇ ਇਹਦੇ ਵਿੱਚ ਹੀ ਮਿਲਣਾ ਹੈ, ਗੁਰੂ ਦੇ ਬਚਨਾਂ ਦੇ ਦੁਆਰਾ ਮਿਲਣਾ ਹੈ। ਔਰ ਆਤਮ ਰਾਮ ਦੇਖੋ ਫਿਰ ਆ ਗਏ ਆਤਮਾ ਦੇ ਉੱਤੇ। ਸਭ ਆਤਮ ਰਾਮ ਪਛਾਤਾ। ਪਹਿਲਾਂ ਆਤਮਾ, ਫਿਰ ਆਤਮ ਰਾਮ ਸਾਰੀ ਜਗ੍ਹਾ ਤੇ।
ਉਹੀ ਜੋਤ। ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਦਾਤਾ। ਹੁਣ ਆਹ ਲਾਈਨ ਦੇਖੋ ਕੀ ਕਹਿ ਰਹੀ ਹੈ। ਬਾਣੀ ਤੋਂ ਤਾਂ ਆਪਾਂ ਉਲਟ ਜਾ ਰਹੇ ਹਾਂ ਭਾਈ। ਜੇ ਬਾਹਰ ਖੋਜ ਰਹੇ ਤੇ ਬਾਣੀ ਨੂੰ ਤਾਂ ਮੰਨ ਨਹੀਂ ਰਹੇ, ਬਾਣੀ ਦਾ ਤਾਂ ਆਪਾਂ ਮਜ਼ਾਕ ਕਰ ਰਹੇ। ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਦਾਤਾ। ਕਹਿੰਦੇ ਵਿਧੀ ਲਿਖਣ ਵਾਲਾ ਉਹ ਮਾਲਕ ਪਰਮਾਤਮਾ ਤੇਰੇ ਅੰਦਰ ਹੀ ਹੈਗਾ, ਘਰ ਦੇ ਵਿੱਚ ਹੀ ਹੈਗਾ। ਇਸ ਨੂੰ ਹਰਮੰਦਰ ਬਣਾ ਲਾ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ। ਬਸ ਮੈਜੋਰਟੀ ਹੈ, ਮਨ ਦੇ ਪਿੱਛੇ ਚੱਲ ਰਹੇ ਆਪਾਂ। ਜੋ ਮਨ ਕਹਿੰਦਾ ਹੈ ਉਹ ਕਰ ਰਹੇ। ਇਹਦੇ ਹੱਥ ਜਿਹੜਾ ਹੈਗਾ ਆਪਾਂ ਨੇ ਕੰਟਰੋਲ ਦਿੱਤਾ ਹੋਇਆ। ਕਹਿੰਦੇ ਇਹਨੇ ਤਾਂ ਪਿਆਰਿਓ ਮਨ ਦੇ ਪਿੱਛੇ ਚੱਲਣ ਵਾਲਿਆਂ ਨੇ ਤਾਂ ਇਹਨਾਂ ਨੇ ਨਹੀਂ ਜਾਣਨਾ ਹੈ ਹਰਮੰਦਰ। ਉਹਨਾਂ ਨੇ ਤਾਂ ਕਹਿਣਾ ਕਾਹਦੀ ਭਗਤੀ, ਕਾਹਦਾ ਕੀ ਹਰਮੰਦਰ, ਸਾਨੂੰ ਤਾਂ ਲਿਆਓ ਸਵਾਦ ਪਦਾਰਥ, ਚਲੋ ਇੱਧਰ ਚੱਲੀਏ ਉੱਧਰ ਚੱਲੀਏ, ਆਹ ਖਾਈਏ ਉਹ ਪੀਏ, ਉਹ ਦੇਖੀਏ ਉਹ ਭੋਗੀਏ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ। ਮਨੁੱਖਾ ਜੂਨ ਗਵਾ ਲਈ। ਸਮੇਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ। ਸਾਰਿਆਂ ਦੇ ਵਿੱਚ ਇੱਕ ਪਰਮ ਮਾਲਕ ਪਰਮਾਤਮਾ ਵਰਤਦਿਆ ਹੈ। ਔਰ ਇਸ ਆ ਗੁਰੂ ਦੀ ਸ਼ਬਦੀ, ਗੁਰ ਸ਼ਬਦੀ ਕੀ ਹੈਗਾ? ਇਹ ਗੁਰ ਸ਼ਬਦੀ ਹੈਗਾ ਪਾਏ ਗੁਰੂ ਜਿਵੇਂ ਕਹਿ ਰਿਹਾ ਉਵੇਂ ਭਗਤੀ ਕਰਕੇ, ਔਰ ਉਹ ਜਿਹੜਾ ਹੈਗਾ ਅਨਹਦ ਸ਼ਬਦ ਅੰਦਰ ਪ੍ਰਗਟ ਕਰਕੇ, ਔਰ ਸੁਨ ਦੇ ਵਿੱਚ ਗਗਨ ਮੰਡਲ ਦੇ ਵਿੱਚ ਥੰਮ ਰੋਪ ਕੇ ਜਿਹੜਾ ਹੈਗਾ ਇਹ ਯਾਤਰਾ ਪੂਰੀ ਕੀਤੀ ਜਾ ਸਕਦੀ ਹੈ। ਅੱਜ ਇੱਥੇ ਹੀ ਸੰਕੋਚਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਿਚਾਰ ਮਿਤ ਕਰਨ ਵਾਲੀ ਨਹੀਂ ਹੈਗੀ। ਹਾਂਜੀ ਹਾਂਜੀ ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਹ ਫਤਿਹ। ਲਾਈਨ ਜਿਹੜੀ ਬਾਹਰੋਂ ਮੂਲ ਨਾ ਖੋਜੀਏ ਘਰ ਮੇ ਕਰਮਾਏ ਵਿਦਾਤਾ। ਹਾਂਜੀ ਇਹ ਸਾਰੇ ਇਹ ਤਾਂ ਫਿਰ ਬਾਹਰ ਜੋ ਵੀ ਅਸੀਂ ਕਰਦੇ ਹਾਂ, ਮਤਲਬ ਜਾਣੇ ਆਉਣੇ ਆ, ਮਤਲਬ ਇੱਥੇ ਜਾਓ ਉੱਥੇ ਜਾਓ, ਇਹ ਤਾਂ ਸਾਰੇ ਮਤਲਬ ਮਹਾਰਾਜ ਦੀ ਬਾਣੀ ਨੇ ਕੱਟਤਾ ਸਭ ਨੂੰ। ਬਿਲਕੁਲ। ਜੇ ਉਸ ਮਾਲਕ ਨੂੰ ਧਿਆਉਣਾ ਤਾਂ ਉਹ ਤਾਂ ਅੰਦਰ ਬੈਠਾ ਹੈ, ਅੰਦਰ ਬੈਠ ਕੇ ਉਹ ਅੰਦਰ ਨੂੰ ਜਾ। ਹਾਂ ਬਾਹਰ ਜਾਣਾ ਹੈ, ਬਾਹਰ ਜਾ ਰਹੇ ਜੇ ਗਿਆਨ ਲੈਣ ਜਾ ਰਹੇ ਤੇ ਕੋਈ ਪ੍ਰੋਬਲਮ ਨਹੀਂ ਹੈ। ਗਿਆਨ ਲਓ, ਗਿਆਨ ਦੇ ਬਗੈਰ, ਕਿਉਂਕਿ ਆਪਾਂ ਤਾਂ ਹਨੇਰੇ ਦੇ ਵਿੱਚ ਥੋੜ੍ਹੀ ਨਾ ਚੱਲਣਾ ਹੈ। ਬਿਲਕੁਲ ਸਹੀ ਰਸਤਾ ਪਤਾ ਹੋਣਾ ਚਾਹੀਦਾ ਹੈ। ਬਸ ਗਲਤ ਰਸਤੇ ਪੈ ਗਏ ਤਾਂ ਵੀ ਹਾਂਜੀ ਭਰਮ ਭੁਲਾਏ। ਹਾਂ ਬਿਲਕੁਲ। ਇਹ ਮੂਲ ਵਰਡ ਜਿਹੜਾ ਜੀ, ਐਸਾ ਕੰਮ ਮੂਲੇ ਨਾ ਕੀਜ। ਬਿਲਕੁਲ ਸੇਮ। ਬਿਲਕੁਲ ਨਹੀਂ ਕਰਨਾ। ਹਾਂ ਬਿਲਕੁਲ ਨਾ ਖੋਜੋ ਬਾਹਰ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਹਾਂਜੀ ਇੱਕ ਤੋਕਾ ਜੀ। ਹਾਂਜੀ ਹਾਂਜੀ ਬਿਨ ਕਾਇਆ ਜੇ ਹੋਰ ਹੈ ਧਨ ਖੋਜ ਤੇ ਛੇ ਮੂਡ ਬਤਾ ਲਈ। ਮੂਡ ਕਿਹਾ ਜੀ ਉਹਨਾਂ ਨੂੰ। ਬਿਲਕੁਲ। ਬੇਤਾਲੇ ਮਤਲਬ ਤਾਲ ਤੋਂ ਕਿਤੇ ਵੀ ਹੋ ਗਏ, ਤਾਲ ਤੋਂ ਪਾਸੇ ਹੋ ਗਏ। ਇੱਕ ਭਾਜੀ ਆ ਜਿਹੜਾ ਕਹਿੰਦੇ ਝੰਡਾ ਗੱਡਣਾ, ਕਿ ਜਦੋਂ ਉਹ ਆਪਣੇ ਸਿੱਧ ਗੋਸ਼ਟ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਦੀ ਗੱਲ ਹੁੰਦੀ ਸੀ ਤਾਂ ਉਹਨਾਂ ਨੇ ਪੁੱਛਿਆ ਕਿ ਕਿੱਥੇ ਆ, ਮਤਲਬ ਪਰਮਾਤਮਾ ਹਿਰਦੇ 'ਚ ਆ। ਉਹਦੇ ਬਾਅਦੋਂ ਹਿਰਦੇ ਦੇ ਬਾਅਦੋਂ ਕਿੱਥੇ, ਮਤਲਬ ਨਾਭੀ ਦੇ ਵਿੱਚ ਆ। ਜਿੱਦਾਂ ਕਹਿੰਦੇ ਨੇ ਕਿ ਅੰਦਰ ਧਿਆਨ ਲੈ ਕੇ ਜਾ ਜਿੱਥੇ ਵੀ ਜਾਣਾ। ਨਾਭੀ 'ਚ ਤਾਂ ਸਵਾਸ ਨੇੜੇ ਆ, ਸਵਾਸ ਜਾਂਦੇ ਆ ਨਾਭੀ ਦੇ ਵਿੱਚ। ਨਾਭੀ 'ਚ ਪ੍ਰਾਣ ਸ਼ਕਤੀ ਪਈ ਹੋਈ ਹੈ ਸਾਰੀ ਦੀ ਸਾਰੀ। ਪਰ ਹਿਰਦੇ ਨੂੰ ਭਾਜੀ ਕੀ ਕਹਿ ਸਕਦੇ ਵੇ ਆਪਾਂ? ਹਿਰਦਾ ਜਿਹੜਾ ਹੈਗਾ ਤੁਹਾਡੇ, ਜਿੱਥੇ ਤੁਹਾਡੇ ਸੰਸਕਾਰ ਹੈਗੇ, ਹਿਰਦਾ ਉਹ ਹੈਗਾ ਜਿੱਥੇ ਤੁਹਾਡੇ ਸੰਸਕਾਰ ਹੈਗੇ। ਮਤਲਬ ਇਸ ਕਾਇਆ ਦੇ ਵਿੱਚ ਹੀ ਆ ਉਹ। ਫਿਰ ਕਾਇਆ ਦੇ ਵਿੱਚ ਹੀ ਹੈਗਾ, ਪਰ ਕੋਈ ਪਾਰਟਿਕੂਲਰ ਉਹ ਨਹੀਂ ਹੈਗਾ ਭਾਈ। ਇਹ ਤਾਂ ਜਿੱਥੇ ਤੁਹਾਡੇ ਸੰਸਕਾਰ ਹੈਗੇ ਆ, ਸਾਰੇ ਦੇ ਸਾਰੇ ਸੰਸਕਾਰ ਪਏ ਹੋਏ ਆ।
ਬਸ ਕੋਰ ਜਿਹਨੂੰ ਕਹਿੰਦੇ ਕੋਰ। ਹਾਂ, ਕੋਰ ਆਫ ਦੀ ਹਾਰਟ। ਵਾਹਿਗੁਰੂ।